ਧੰਨ ਵਾਹਿਗੁਰੂ ਸਾਹਿਬ ਜੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਕੋ, ਤੂੰ ਠਾਕੁਰ ਊਚ ਭਗਵਾਨਾ। ਵਹਿ ਪ੍ਰਗਟਿਓ ਮਰਦ ਅਗੰਮੜਾ, ਵਰਿਆਮ ਅਕੇਲਾ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਕਰ ਕਿਰਪਾ ਕਿਲ ਵਿਖ ਕਟੇ, ਗਿਆਨ ਅੰਜਨ ਸਾਰਿਆ। ਅੰਦਰੋਂ ਜਿਨ ਕਾ ਮੋਹ ਟੁਟਾ, ਤਿਨ ਕਾ ਸ਼ਬਦ ਸਚੈ ਸਵਾਰਿਆ। ਕਹਿ ਨਾਨਕ ਇਹ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਕਹਿ ਨਾਨਕ ਇਹ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਪਰਮ ਸਨਮਾਨ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ, ਗੁਰੂ ਬਖਸ਼ੀ ਗੁਰ ਫਤਿਹ ਦੀ ਸਾਂਝ ਕਰਨੀ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਮੁੱਚੀਆਂ ਸਿੱਖ ਸੰਗਤਾਂ ਨੂੰ ਵੈਸਾਖੀ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਹੋਵਨ, ਕਿਉਂਕਿ ਆਪਾਂ ਖਾਲਸਾ ਸਾਜਨਾ ਦਿਵਸ ਦੇ ਸੰਬੰਧ ਦੇ ਵਿੱਚ ਇਹ ਸਾਲਾਨਾ ਮਹਾਨ ਗੁਰਮਤਿ ਸਮਾਗਮ ਕਰਦੇ ਹਾਂ। ਮਹੀਨਾ ਕੋਈ ਵੀ ਸਪੈਸ਼ਲ ਤੌਰ ਤੇ ਚੰਗਾ ਜਾਂ ਕੋਈ ਮਾੜਾ ਨਹੀਂ ਹੈ। ਫਿਰ ਬੇਨਤੀ ਕਰਦੇ ਹਾਂ, ਚੰਗੇ ਤੋਂ ਭਾਵ ਵੀ ਸਪੈਸ਼ਲ ਇਹ ਨਹੀਂ ਕਹਿ ਸਕਦੇ ਕਿ ਇਹ ਮਹੀਨਾ ਬਹੁਤ ਚੰਗਾ ਤੇ ਅਗਲਾ ਥੋੜਾ ਜਿਹਾ ਨੀਵਾਂ, ਉਦੋਂ ਅਗਲਾ। ਦਰਅਸਲ ਇਸ ਵਿਸਾਖ ਦੇ ਮਹੀਨੇ ਦੀ ਜਿਹੜੀ ਇੰਨੀ ਮਹੱਤਤਾ ਕਿਉਂ ਹੋ ਗਈ ਹੈ ਸਿੱਖ ਧਰਮ ਦੇ ਵਿੱਚ, ਕਿਉਂਕਿ ਮਹੀਨੇ ਤਾਂ ਹੋਰ ਵੀ ਨੇ, ਧਰਤੀ ਤਾਂ ਹੋਰ ਵੀ ਬੜੀ ਹੈ। ਅਨੰਦਪੁਰ ਸਾਹਿਬ ਦੇ ਆਲੇ ਦੁਆਲੇ ਜਿਹੜੇ ਉਸ ਇਲਾਕੇ ਦੇ ਵਸਨੀਕ ਸੱਜਣ ਨੇ, ਪਰ ਗੁਰੂ ਦਾ ਸਿੱਖ ਸ਼੍ਰੀ ਅਨੰਦਪੁਰ ਸਾਹਿਬ ਜਾ ਕੇ, ਸ਼੍ਰੀ ਕੇਸਗੜ੍ਹ ਸਾਹਿਬ ਜਾ ਕੇ ਹੀ ਕਿਉਂ ਸੀਸ ਨਿਭਾਉਂਦਾ ਹੈ। ਵੈਸੇ ਤੇ ਕਈ ਗਾਹਾਂ ਨੂੰ ਵੀ ਚਲੇ ਜਾਂਦੇ ਨੇ, ਕਹਿੰਦੇ ਪਹਿਲਾਂ ਉੱਧਰ ਜਾ ਆਈਏ। ਸਮਝ ਗਏ ਹੋਵੋਗੇ ਤੁਸੀਂ, ਨੈਣਾ ਦੇਵੀ ਕਹਿੰਦੇ ਜੇ ਆਪਾਂ ਰੱਜ ਕੇ ਗਏ ਫਿਰ ਚੜ੍ਹ ਨਹੀਂ ਆਉਣਾ, ਤੇ ਹੁਣ ਆਪਾਂ ਪਹਿਲਾਂ ਉੱਧਰ ਹੀ ਮੱਥਾ ਟੇਕ ਆਈਏ। ਉੱਧਰੋਂ ਮੱਥਾ ਟੇਕ ਕੇ ਕਹਿੰਦੇ ਭੁੱਖ ਵੀ ਵਧੀਆ ਲੱਗ ਆਊ। ਕਈ ਤਾਂ ਸਪੈਸ਼ਲ, ਖਿਮਾ ਕਰਿਓ, ਜਿਉਣੇ ਮੋੜ ਦੀ ਸਮਾਧ ਦੇਖਣ ਜਾਂਦੇ ਨੇ, ਕਹਿੰਦੇ ਦੇਖ ਕੇ ਆਈਏ। ਪੁਜਾਰੀ ਬੜਾ ਚਲਾਕ ਸੀ,
ਵੇਖੋ ਆਪਾਂ ਘਰਾਂ ਵਿੱਚ ਰਹਿੰਦੇ ਆ, ਕਈ ਸੱਜਣ ਇੱਦਾਂ ਦੇ ਵੀ ਹੁੰਦੇ ਨੇ, ਉਹਨਾਂ ਨੂੰ ਨਾ ਜਦੋਂ ਗੁਰਮਤਿ ਕਰਦੇ ਆ ਕੋਈ ਹਾਸ ਰਸ ਦੀ ਗੱਲ ਕਰੀਏ ਉਹ ਚੰਗੀ ਨਹੀਂ ਸਮਝਦੇ। ਜੇ ਆਪਾਂ ਗੁਰੂ ਕੇ ਦਰਬਾਰ ਦੇ ਵਿੱਚ ਹੀ ਢੇਰੂ ਮਾਲੀ ਬਣ ਕੇ ਬਹਿਣਾ ਹੈ ਤੇ ਫਿਰ ਫਾਇਦਾ ਕੀ ਹੈ? ਇਹ ਤੇ ਘਰਾਂ ਵਿੱਚ ਵਾਧੂ ਹੀ ਆਪਣੇ ਟੈਨਸ਼ਨਾਂ ਬੜੀਆਂ। ਬੇਨਤੀ ਮੈਂ ਜਿਹੜੀ ਕਰ ਰਿਹਾ ਸਾਂ ਕਿ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ, ਪਰ ਪੁਜਾਰੀ ਬਹੁਤ ਚਲਾਕ ਸੀ। ਜਦੋਂ ਪੁਜਾਰੀ ਦੇ ਕੋਲ ਕੋਈ ਜਾਂਦਾ ਕਿ ਪੁਜਾਰੀ ਜੀ ਘਰ ਦੇ ਵਿੱਚ ਦੁੱਖ ਤਕਲੀਫਾਂ ਬਹੁਤ ਨੇ, ਘਰ ਵਾਲੀ ਬਹੁਤ ਲੜਦੀ ਹੈ, ਉਹ ਕਹਿੰਦਾ ਲੈ ਘਰ ਵਾਲੀ ਲੜਦੀ ਹੈ? ਕਹਿੰਦਾ ਹਾਂ, ਤੂੰ ਦੇਵੀ ਮਾਤਾ ਦੇ ਕਾਂਟੇ ਸੁੱਖ ਲਾ ਨਾ ਸੋਨੇ ਦੇ। ਕਹਿੰਦਾ ਅੱਛਾ ਫਿਰ ਹਟ ਜੂ? ਕਹਿੰਦੇ ਬਿਲਕੁਲ। ਪੁਜਾਰੀ ਚਲਾਕ ਸੀ ਵੀ ਇਹਨੇ ਦੇਵੀ ਦੇ ਕਾਂਟੇ ਲਮਕਾ ਦੇਣੇ ਤੇ ਸਵੇਰੇ ਲਾ ਕੇ ਮੈਂ ਆਪਣੀ ਵਾਲੀ ਦੇ ਪਾ ਦੂੰ। ਆਖੋ ਸਤਨਾਮ। ਤੇ ਹੁਣ ਕਾਂਟੇ ਜਦੋਂ ਆਪਣੀ ਘਰ ਵਾਲੀ ਦੇ ਲਿਆ ਕੇ ਦੇਵੀ ਦੇ ਲਮਕਾਤੇ, ਘਰ ਵਿੱਚੋਂ ਕਲੇਸ਼ ਆਪੇ ਮੁੱਕ ਗਿਆ, ਕਿਉਂਕਿ ਜਿਹੜੀ ਰੋਜ਼ ਕਹਿੰਦੀ ਸੀ ਇਹ ਵਧੀਆ ਨਹੀਂ, ਇਹ ਵਧੀਆ ਨਹੀਂ। ਹਮੇਸ਼ਾ ਮੈਂ ਬੇਨਤੀ ਕਰਦਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚੋਂ ਪ੍ਰਸ਼ਾਦ ਮਿਲਦਾ ਹੈ। ਜੇ ਮੇਰੇ ਵਰਗਾ ਸਪੈਸ਼ਲ ਇੱਕ ਕਮਰੇ ਵਿੱਚ ਬਹਿ ਕੇ, ਵੈਸੇ ਤਾਂ ਮੇਰੀਆਂ ਭੈਣਾਂ ਨੂੰ ਵੀ ਓਨਾ ਚਿਰ ਸ਼ਾਂਤੀ ਨਹੀਂ ਆਉਂਦੀ ਜਿੰਨਾ ਚਿਰ ਬਾਬਾ ਜੀ ਵੀ ਸੇਬ ਝੋਲੀ 'ਚ ਨਾ ਪਾ ਦੇਣ। ਫਿਰ ਪਤਾ ਕੀ ਕਵਾਂਗੇ ਆਪਾਂ? ਬਾਬਾ ਜੀ ਨੇ ਸੇਬਾਂ ਦਾ ਪ੍ਰਸ਼ਾਦ ਦਿੱਤਾ ਹੈ। ਕਿੰਨੇ ਦਾ ਦਿੱਤਾ? 500 ਮੱਥਾ ਟੇਕਿਆ, ਬਾਬਾ ਜੀ ਕਿੰਨੇ ਚੰਗੇ ਨੇ। ਤੇ ਰੇਹੜੀ ਤੇ ਵਿਚਾਰੇ ਉਸ ਸੇਬ ਵੇਚਣ ਵਾਲੇ ਨਾਲ ਉਹ ਕਹਿੰਦਾ 50 ਦੇ, ਕਹਿੰਦੀ 45 ਲਾ ਲਾ। ਉੱਥੇ ਪੰਜਾਂ ਪਿੱਛੇ ਲੜਦੇ ਆ, ਇੱਥੇ 2 ਸੇਬ 500 ਦੇ ਲੈ ਆਂਦੇ। ਬਾਬਾ ਨਹੀਂ ਸਿਆਣਾ, ਨਿਰਾ ਠੱਗ ਸੀ, ਮਿੱਠੀਆਂ ਗੱਲਾਂ ਕਰਕੇ 500 ਡੁੱਕ ਲਿਆ ਅਗਲੇ ਨੇ। ਬਾਣੀ ਵਿੱਚ ਲਿਖਿਆ ਇਹ ਕੱਲੀ ਬਨਾਰਸ ਦੇ ਠੱਗਾਂ ਦੀ ਹੋਈ ਨਹੀਂ ਗੱਲ ਕੀਤੀ, ਇਹ ਵਰਤਮਾਨ ਸਮੇਂ ਦੀ ਵੀ ਗੱਲ ਕੀਤੀ ਹੈ। ਗਲੀ ਜਿਨ੍ਹਾਂ ਜਪ ਮਾਲੀਆਂ, ਅਰਥ ਤੁਸੀਂ ਆਪ ਵੀ ਕਰ ਸਕਦੇ ਹੋ। ਲੋਟੇ ਹੱਥ ਨਿਬੱਗ ਇਹ ਹਰ ਕੇ ਸੰਤ ਨਾ ਆਖੀਐ। ਬਨਾਰਸ ਕੇ ਠੱਗ, ਪੰਜਾਬ ਵਾਲੇ ਕਹਿੰਦੇ ਆਪਾਂ ਨੂੰ ਥੋੜੀ ਆਖਿਆ, ਕਹਿੰਦੇ ਬਨਾਰਸ ਵਾਲਿਆਂ ਨੂੰ ਆਖਿਆ, ਆਪਾਂ ਨੂੰ ਤੇ ਆਖਿਆ ਹੀ ਨਹੀਂ। ਜਿਹੜੀ ਬੇਨਤੀ ਕਰ ਰਿਹਾ ਸਾਂ ਕਿ ਕਈ ਲੋਕ ਸਪੈਸ਼ਲ ਆਨੰਦਪੁਰ ਸਾਹਿਬ ਦੇ ਦਰਸ਼ਨ ਕਰਨ ਤਾਂ ਜਾਂਦੇ ਹੀ ਨੇ, ਪਰ ਇੱਛਾ ਇਹ ਵੀ ਹੁੰਦੀ ਹੈ ਵੀ ਅੱਗੇ ਜਾ ਕੇ ਜਿਉਣੇ ਮੋੜ ਦੀ ਸਮਾਧ ਵੀ ਦੇਖ ਆਈਏ। ਦਰਅਸਲ ਪੁਜਾਰੀ ਉੱਥੇ ਵੀ ਬਹੁਤ ਚਲਾਕ ਸੀ। ਉੱਥੇ ਵੀ ਪੁਜਾਰੀ ਨੇ ਇਹੀ ਆਖਿਆ ਸੀ ਕਿ ਮੌਤ ਤੈਨੂੰ ਕੁਝ ਕਰ ਨਹੀਂ ਸਕੇਗੀ, ਪੁਲਿਸ ਤੈਨੂੰ ਫੜ ਨਹੀਂ ਸਕੇਗੀ, ਤੂੰ ਸੋਨੇ ਦਾ ਛਤਰ ਚੜਾ ਦੀ। ਤੇ ਉਹਨੂੰ ਇਹ ਪਤਾ ਸੀ ਵੀ ਛਤਰ ਚੜਾ ਕੇ ਜੇ ਜਿਉਣਾ, ਇਹ ਮੈਂ ਕੇਵਲ ਉਦਾਹਰਨ ਦੇ ਰਿਹਾ ਗੁਰਮਤਿ ਨੂੰ ਸਮਝਣ ਲਈ, ਵੀ ਜੇ ਇਹ ਵਾਪਸ ਆ ਗਿਆ ਕਿਤੇ ਛਤਰ ਚੱਕ ਹੀ ਨਾ ਲੈ ਜੇ, ਕਿਤੇ ਕਵੇ ਲਿਆ ਫੜਾ ਦੁਬਾਰੇ। ਤੇ ਪੁਜਾਰੀ ਚਲਾਕ ਸੀ, ਉਹ ਕਹਿੰਦਾ ਸਿੱਧਾ ਜਾਈ, ਪਹਾੜੀ ਤੋਂ ਛਾਲ ਮਾਰਦੀ ਤੇ ਮੁੜ ਕੇ ਨਾ ਵੇਖੀ। ਤੇ ਹੁਣ ਜਿਹੜਾ ਪਹਾੜੀ ਤੋਂ ਛਾਲ ਮਾਰੂਗਾ ਉਹਨੇ ਤੇ ਮਰਨਾ ਹੀ ਹੋਇਆ। ਆਪ ਫੇਰ ਪੁਜਾਰੀ ਬਚ ਗਿਆ। ਕਹਿੰਦਾ ਜਦੋਂ ਛਾਲ ਮਾਰਨ ਲੱਗਿਆ ਤੇ ਨੇ ਮੁੜ ਕੇ ਪਿੱਛੇ ਵੇਖ ਲਿਆ, ਇਹ ਤਾਂ ਮਰ ਗਿਆ। ਆਪਣੇ ਆਪ ਨੂੰ ਫੇਰ ਉਹਨੇ ਸਿੱਧ ਕਰ ਦਿੱਤਾ। ਮੈਂ ਤਾਂ ਅਰਜ਼ ਕਰਦਾ ਵੀ ਧਰਤੀਆਂ ਤੇ ਹੋਰ ਵੀ ਬਹੁਤ ਨੇ, ਪਰ ਆਪਾਂ ਸ਼੍ਰੀ ਕੇਸਗੜ੍ਹ ਸਾਹਿਬ, ਸ਼੍ਰੀ ਅਨੰਦਪੁਰ ਸਾਹਿਬ ਜਾਂਦੇ ਹਾਂ, ਕੀਰਤਪੁਰ ਸਾਹਿਬ ਜਾਂਦੇ ਹਾਂ, ਤੇ ਉੱਥੇ ਲਾਗੇ ਗੁਰਦੁਆਰਾ ਰੋਪੜ ਦੇ ਲਾਗੇ ਨਿਹੰਗ ਖਾਂ ਦਾ ਜਿੱਥੇ ਮੁਲਾਕਾਤ ਹੋਈ ਸੀ, ਕਿਵੇਂ ਭਾਈ ਬਚਿੱਤਰ ਸਿੰਘ ਨੂੰ ਉਹਨੇ ਆਪਣੇ ਘਰ ਰੱਖਿਆ, ਕਿੱਦਾਂ ਉਹਦੀ ਜਿਹੜੀ ਬੇਟੀ ਸੀ ਕਿਵੇਂ ਉਹਨੇ ਸਾਰੀ ਸੇਵਾ ਕੀਤੀ, ਪ੍ਰਸੰਗ ਤੁਸੀਂ ਸੁਣਿਆ। ਗੁਰਦੁਆਰਾ ਭੱਠਾ ਸਾਹਿਬ, ਪਹਾੜੀਆਂ ਤੇ ਹੋਰ ਵੀ ਬਹੁਤ ਨੇ। ਆਪਾਂ ਅੰਮ੍ਰਿਤਸਰ ਸਾਹਿਬ ਜਾਂਦੇ ਹਾਂ, ਸ਼ਹਿਰ ਬਹੁਤ ਵੱਡਾ ਹੈ, ਪਰ ਆਪਾਂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਦਰ ਤੇ ਕਿਉਂ ਜਾ ਕੇ ਮੱਥਾ ਟੇਕਦੇ ਹਾਂ? ਬਾਬਾ ਬੁੱਢਾ ਸਾਹਿਬ ਜੀ ਦਾ ਸਥਾਨ ਬਣਿਆ, ਉੱਥੇ ਕਿਉਂ ਜਾਂਦੇ ਹਾਂ? ਅਰਜ਼ ਮੈਂ ਤਾਂ ਕਰਨ ਲੱਗਿਆ ਸਾਂ ਕਿ ਮਹੀਨੇ ਸਪੈਸ਼ਲ ਤੌਰ ਤੇ ਅਸੀਂ ਇਹ ਨਹੀਂ ਕਹਿ ਸਕਦੇ ਇਹ ਮਹੀਨਾ, ਇਹ ਦਿਨ, ਇਹ ਚੰਗਾ ਜਾਂ ਮਾੜਾ। ਕੁਝ ਕੁ ਮਹੀਨਿਆਂ ਦੀ ਕੌਮ ਦੇ ਵਿੱਚ ਵਿਸ਼ੇਸ਼ਤਾਈ ਬਣ ਜਾਂਦੀ ਹੈ।
ਤੇ ਇਸ ਵਿਸਾਖ ਦੇ ਮਹੀਨੇ ਵਿੱਚ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਵੈਸੇ ਵਿਸਾਖੀ ਨੂੰ ਤਾਂ ਅਸੀਂ ਸਿਰਫ ਇੱਕ ਕਣਕ ਦੇ ਨਾਲ ਜੋੜ ਦਿੱਤਾ ਵੀ ਕਣਕ ਪੱਕ ਗਈ ਤੇ ਵਿਸਾਖੀ ਆ ਗਈ। ਜਿਹੜੇ ਆਪਾਂ ਜ਼ਿਮੀਂਦਾਰ, ਤੁਸੀਂ ਲੋਕ ਹੋ ਕਿਰਤੀ ਲੋਕ, ਤੁਹਾਡੇ ਐਂਗਲ ਤੋਂ ਠੀਕ ਹੈ ਵੀ ਜਦੋਂ ਇਹ ਕਣਕਾਂ ਪੱਕ ਜਾਂਦੀਆਂ ਨੇ ਵਿਸਾਖ ਦੇ ਮਹੀਨੇ 'ਚ ਹੀ ਪੱਕਦੀਆਂ ਨੇ, ਪਰ ਗੁਰਮਤਿ ਦੇ ਵਿੱਚ ਸਾਡੀ ਕੌਮ ਦੇ ਵਿੱਚ ਇਸ ਵਿਸਾਖ ਦੇ ਮਹੀਨੇ ਨੂੰ ਵਿਸ਼ੇਸ਼ਤਾਈ ਤਾਂ ਦਿੱਤੀ ਗਈ ਹੈ ਕਿਉਂਕਿ ਵਿਸਾਖ ਦੇ ਮਹੀਨੇ ਜੋ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਸਰੀਰਕ ਤੌਰ ਤੇ ਜਿਹੜੇ 10 ਜਾਮੇ ਧਾਰਨ ਕੀਤੇ, ਜੋਤ ਵੀ ਇੱਕੋ ਹੀ ਚਲੀ ਆ ਰਹੀ ਸੀ ਤੇ ਜੁਗਤ ਵੀ ਇੱਕੋ ਹੀ ਸੀ। ਜੋਤ ਵੀ ਇੱਕ ਸੀ ਤੇ ਜੁਗਤ ਵੀ ਇੱਕੋ ਹੀ ਸੀ। ਵੇਖੋ, ਅੱਖਾਂ ਨਾਲ ਆਪਾਂ ਵੇਖਦੇ ਹਾਂ ਤੇ ਪੈਰਾਂ ਦੇ ਨਾਲ ਆਪਾਂ ਚੱਲਦੇ ਹਾਂ। ਜੋਤ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਨਮਸਕਾਰ ਕਰਨੀ ਹੈ, ਮੱਥਾ ਟੇਕਣਾ ਹੈ, ਮੰਨਣਾ ਹੈ, ਪਰ ਆਪਾਂ ਨਾਲੋਂ ਨਾਲ ਗੁਰੂ ਦੀ ਜੁਗਤ ਨੂੰ ਵੀ ਜੀਵਨ ਦੇ ਵਿੱਚ ਅਪਣਾਉਣਾ ਹੈ। ਤੋ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ। ਰਾਤ ਵੀ ਆਪਾਂ ਅਰਜ਼ ਕਰੀ ਸੀ ਕਿ ਸਤਿਗੁਰਾਂ ਦਾ ਇਹ ਬਚਨ ਤੁਸੀਂ ਪੜ੍ਹਦੇ ਹੋ, ਖਾਲਸਾ ਖਾਸ ਕਹਾਵੇ ਸੋਈ। ਖਾਸ ਹੈ ਜਿਹੜਾ ਕੋਈ ਮਿੱਤਰ ਹੋਵੇ ਨਾ ਖਾਸ, ਤੇ ਜੇ ਉਹਨੂੰ ਕਿਤੇ ਕੰਮ ਤੇ ਰਖਾਉਣਾ ਹੋਵੇ ਤੇ ਆਪਾਂ ਫੋਨ ਕਰਦੇ ਹਾਂ, ਭਰਾਵਾ ਇਹ ਮੇਰਾ ਖਾਸ ਬੰਦਾ ਹੈ। ਤੇ ਜਦੋਂ ਆਪਾਂ ਖਾਸ ਕਹਿੰਦੇ ਆ ਤਾਂ ਉਹ ਤੁਹਾਡਾ ਮਿੱਤਰ ਉਹਦਾ ਧਿਆਨ ਰੱਖਦਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਖਾਸ ਆਖਿਆ, ਕਿਉਂ? ਪਰ ਖਾਸ ਹੈ ਕਿਵੇਂ? ਜਾ ਕੇ ਹਿਰਦੈ ਭਰਮ ਨਾ ਹੋਈ, ਭਲਾ ਹੁਣ ਧਿਆਨ ਮਾਰੋ ਖਾਂ ਵੀ ਖਾਲਸੇ ਕਹਾਉਣ ਵਾਲੇ ਕੀ ਭਰਮ ਨਹੀਂ ਕਰਦੇ? ਇਹੋ ਜਿਹੇ ਘਰਾਂ ਦੇ ਵਿੱਚ ਵੀ ਖਿਮਾ ਕਰਨੀ ਜਾਣ ਦਾ ਮੌਕਾ ਮਿਲਦਾ ਹੈ। ਚਲੋ ਬਾਕੀਆਂ ਨੂੰ ਤੇ ਛੱਡੋ, ਵਿਚਾਰੇ ਜਿਨ੍ਹਾਂ ਦਾ ਅੰਮ੍ਰਿਤ ਨਹੀਂ ਛਕਿਆ, ਜਿਨ੍ਹਾਂ ਨੂੰ ਗੁਰਮਤਿ ਦੀ ਸੋਝੀ ਨਹੀਂ, ਇੱਕ ਐਸੇ ਪਰਿਵਾਰ ਵਿੱਚ ਵੀ ਘਰ ਵਿੱਚ ਜਾਣ ਦਾ ਸਮਾਂ ਮਿਲਿਆ। ਸਰੂਪ ਜਦੋਂ ਅੰਦਰ ਲਿਜਾਣ ਲੱਗੇ ਤੇ ਮੇਰੀ ਭੈਣ ਦਾ ਅੰਮ੍ਰਿਤ ਵੀ ਛਕਿਆ ਤੇ ਤੇਲ ਦੀ ਕੁਪੀ ਹੱਥ 'ਚ ਫੜੀ ਹੋਈ, ਹੱਥ 'ਚ, ਬਸ ਮੇਰੇ ਕਹਿੰਦਿਆਂ ਦੋਨਾਂ ਕੌਲਿਆਂ ਨਾਲ ਪਚਕਾਰੀਆਂ ਮਾਰ ਹੀ ਦਿੱਤੀਆਂ। ਤੇ ਮੈਂ ਮਨ ਹੀ ਮਨ ਸੋਚਦਾ ਸਾਂ ਵੀ ਖਾਲਸਾ ਖਾਸ ਕਹਾਵੇ ਕੀ ਹੈ ਫਿਰ? ਇਉਂ ਨਹੀਂ ਲੱਗਦਾ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਿਧਾਂਤ ਨੂੰ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਿੱਖੀ ਨੂੰ ਚੈਲੰਜ ਨਹੀਂ ਕਰ ਰਹੇ ਆਪਾਂ ਕਿ ਜੋ ਤੁਸੀਂ ਲਿਖਿਆ ਹੈ ਵੀ ਇਹ ਸਿਰਫ ਤੁਸੀਂ ਲਿਖਿਆ ਹੀ ਹੋਇਆ ਹੈ, ਅਸੀਂ ਅਮਲ ਨਹੀਂ ਕਰਨਾ। ਖਾਲਸਾ ਖਾਸ ਕਹਾਵੇ ਸੋਈ। ਵੇਖੋ, ਜੇ ਕੋਈ ਬੰਦਾ ਨਸ਼ਾ ਕਰਦਾ ਹੈ, ਜੇ ਉਹਨੂੰ ਆਪਾਂ ਰੋਕਾਂਗੇ ਉਹ ਕਹੂਗਾ ਮੇਰੇ ਪੈਸੇ, ਮੇਰੇ ਡਾਲਰ, ਮੈਂ ਜੋ ਮਰਜ਼ੀ ਕਰਾਂ। ਪਰ ਇਹਦਾ ਮਤਲਬ ਇਹ ਤਾਂ ਨਹੀਂ ਵੀ ਜੇ ਕੋਈ ਬੰਦਾ ਨਸ਼ਾ ਕਰਦਾ ਹੈ ਤੇ ਫਿਰ ਗੁਰੂ ਘਰ ਦੇ ਵਿੱਚੋਂ ਆਪਾਂ ਉਹਦੇ ਕੋਈ ਆਵਾਜ਼ ਵੀ ਨਾ ਉਠਾਈਏ। ਇਹਦਾ ਮਤਲਬ ਨਸ਼ਿਆਂ ਦੇ ਖਿਲਾਫ ਫਿਰ ਆਪਾਂ ਕੋਈ ਆਵਾਜ਼ ਨਾ ਉਠਾਈਏ, ਗੁਰਮਤਿ ਦੀ ਗੱਲ ਆਪਾਂ ਨਾ ਕਰੀਏ। ਸੰਗਰੂਰ ਵਿੱਚ ਇੱਕ ਗੁਰਦੁਆਰਾ ਹੈ, ਨਾਮ ਮੈਂ ਲੈਣਾ ਨਹੀਂ, ਰਿਕਾਰਡਿੰਗ ਚੱਲਦੀ ਹੈ। ਉਹਨਾਂ ਕਹਿਣਾ ਜੀ ਸਾਡੇ ਗੁਰਦੁਆਰੇ ਦਾ ਨਾਂ ਨਾ ਹੀ ਲੈਂਦੇ। ਚਲੋ ਮੈਂ ਉਹ ਪ੍ਰਧਾਨ ਦਾ ਵੀ ਨਹੀਂ ਨਾਂ ਲੈਂਦਾ, ਹੋ ਸਕਦਾ ਵਿਚਾਰੇ ਨੇ ਅੰਮ੍ਰਿਤ ਛਕ ਹੀ ਲਿਆ ਹੋਵੇ। ਮੈਨੂੰ ਤੇ 3 ਸਾਲ ਹੋ ਗਏ ਆਏ ਨੂੰ। ਉਹਨੂੰ ਪਤਾ ਲੱਗਿਆ, ਕਹਿੰਦੇ ਵੀ ਗੁਰਸੇਵਕ ਸਿੰਘ ਨੇ ਕਰਨੀ ਆ ਕਥਾ, ਤੇ ਉਹ ਸੇਵਾਦਾਰ ਕਹਿੰਦਾ ਜੀ ਕਥਾ ਤਾਂ ਜ਼ਰੂਰ ਕਰਿਓ ਪਰ ਨਾ ਸ਼ਰਾਬ ਬਾਰੇ ਨਾ ਕੋਈ ਗੱਲ ਕਰਿਓ। ਮੈਂ ਕਿਹਾ ਕੀ ਗੱਲ? ਕਹਿੰਦੇ ਪ੍ਰਧਾਨ ਸਾਹਿਬ ਕਦੇ ਕਦੇ ਲੁਕ ਛਿਪ ਕੇ, ਬਸ ਹੁਣ ਅੱਗੇ ਤੁਹਾਨੂੰ ਪਤਾ ਹੀ ਹੈ। ਮੈਂ ਕਿਹਾ ਤੇ ਬਹੁਤ ਵਧੀਆ ਟੌਪਿਕ ਤੂੰ ਮੈਨੂੰ ਆਪ ਹੀ ਦੱਸ ਦਿੱਤਾ, ਹੁਣ ਤਾਂ ਮੈਂ ਜ਼ਰੂਰ ਬੋਲੂ। ਫਿਰ ਉੱਥੇ ਸ਼ਬਦ ਗੁਰੂ ਅਮਰਦਾਸ ਜੀ ਦਾ, ਹੋ ਸਕਦਾ ਜਿਉਂ ਬੁਲਾਵੇ ਤਿਉਂ ਬੋਲੇ ਸੁਆਮੀ। ਇਹਦਾ ਮਤਲਬ ਇਹ ਤਾਂ ਨਹੀਂ ਵੀ ਜੇ ਕੋਈ ਨਸ਼ਾ ਕਰਦਾ ਹੈ ਤਾਂ ਗੁਰੂ ਘਰ ਦੇ ਵਿੱਚੋਂ ਉਹ ਆਵਾਜ਼ ਵੀ ਨਾ ਉੱਠੇ। ਤੇ ਮੈਂ ਕਿਹਾ ਇਹ ਫੇਰ ਤਾਂ ਆਪਾਂ ਜ਼ਰੂਰ ਕਵਾਂਗੇ, ਹੋ ਸਕਦਾ ਹੈ ਵੀ ਦੁਬਾਰੇ ਨਹੀਂ ਬੁਲਾਉਣ, ਨਾ ਬੁਲਾਉਣ। ਮੈਂ ਕਹੂੰਗਾ ਵੀ ਅੱਜ ਇੰਨਾ ਹੀ ਬਥੇਰਾ, ਬਾਕੀ ਫੇਰ ਸਹੀ, ਜੇ ਕੀਤਾ ਤੇ ਬੁਲਾ ਲਿਓ, ਪਰ ਜ਼ਮੀਰ ਮਾਰ ਕੇ ਥੋੜੀ ਗੁਰੂ ਦੀ ਗੱਲ ਕਰਨੀ ਹੈ। ਤੇ ਸ਼ਬਦ ਉੱਥੇ ਲਿਆ, ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ, ਜਿਤ ਪੀਤੈ ਮਤ। ਕੋਈ ਦੇਖਿਆ ਵੀ ਸ਼ਰਾਬੀ ਬੰਦਾ ਸੁਖਮਨੀ ਸਾਹਿਬ ਦਾ ਪਾਠ ਕਰਦਾ ਹੋਵੇ, ਉਹ ਤਾਂ ਜਿਹੜੀ ਘਰ ਵਾਲੀ ਕਰਦੀ ਉਹਨੂੰ ਵੀ ਕਹਿੰਦਾ ਹੋਊਗਾ ਤੂੰ ਕਿਧਰੋਂ ਸਵੇਰੇ ਸਵੇਰੇ ਭਾਈਆਣੀ ਬਣੀ ਬੈਠੀ ਆ, ਕੋਈ ਹੋਰ ਕੰਮ ਕਰ ਲੈ। ਉਹ ਤਾਂ ਕਰਦੀ ਨੂੰ ਵੀ ਹਟਾ ਦੂ
ਤੇ ਪਾਤਸ਼ਾਹ ਕਹਿੰਦੇ ਜਿਤ ਪੀਤੈ ਮਤ ਦੂਰ ਹੋਏ, ਭਾਵ ਉਹ ਕੋਈ ਵੀ ਨਸ਼ਾ ਕਹਿ ਲੋ। ਖਾਸ ਕਰਕੇ ਗੁਰਬਾਣੀ ਵਿੱਚ ਸ਼ਰਾਬ ਨੂੰ ਤੇ ਸਪੈਸ਼ਲ ਗੁਰੂ ਸਾਹਿਬ ਨੇ ਲਿਖਿਆ ਹੈ। ਨਸ਼ੇ ਹੋਰ ਵੀ ਬਹੁਤ ਨੇ, ਪਰ ਤੁਸੀਂ ਦੇਖ ਸਕਦੇ ਹੋ ਵੀ ਜਿਸ ਵਕਤ ਬੰਦਾ ਇਹਦਾ ਸੇਵਨ ਕਰ ਲੈਂਦਾ ਨਾ, ਮਤ ਦੂਰ ਹੋਏ, ਭਾਵ ਉਹ ਆਪਣੀ ਅਕਲ ਆਪਣੀ ਮਤ ਬਿਲਕੁਲ ਭੁੱਲ ਜਾਂਦਾ ਹੈ। ਵਰਲ ਪਵੈ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੀ, ਖਸਮੋ ਧੱਕੇ ਖਾਏ। ਪਰਿਵਾਰ ਵਿੱਚੋਂ ਵੀ ਧੱਕੇ ਮਿਲਦੇ ਨੇ, ਪਿੰਡ ਵਿੱਚ ਵੀ ਕੋਈ ਚੰਗਾ ਨਹੀਂ ਸਮਝਦਾ। ਵੇਖੋ ਜਿਹੜੀ ਤੁਹਾਨੂੰ ਚੇਟਕ ਲੱਗਣੀ ਹੈ ਨਾ, ਤੇ ਰੋਜ਼ ਬਾਣੀ ਵਿੱਚ ਤੁਸੀਂ ਪੜ੍ਹਦੇ ਹੋ, ਬਿਨ ਸੰਗਤ ਮੈਲ ਭਰੀਜੈ ਜੀਓ। ਗੁਰੂ ਦੀ ਸੰਗਤ ਕਰੇ ਤੋਂ ਬਿਨਾ ਜੀਵਨ ਦੇ ਵਿੱਚ ਵਿਕਾਰ ਆ ਕੇ ਕਬਜ਼ਾ ਕਰ ਲੈਂਦੇ ਨੇ। ਮਨ ਮੈਲਾ ਹੋ ਜਾਂਦਾ, ਤੇ ਜਦੋਂ ਮਨ ਮੈਲਾ ਹੋਵੇ ਨਾ, ਅੱਖਾਂ ਮੈਲੀਆਂ ਕਰਨ ਦੀ ਲੋੜ ਨਹੀਂ, ਆਪਣੇ ਆਪ ਹੀ ਮੈਲੀਆਂ ਹੋ ਜਾਂਦੀਆਂ ਨੇ। ਮਨ ਮੈਲਾ ਹੋਵੇ ਤੇ ਕੰਨ ਮੈਲਾ ਸੁਣਨਾ ਪਸੰਦ ਕਰਦੇ ਨੇ। ਵੇਖਣਾ ਮਾੜਾ ਨਹੀਂ, ਜਿੱਧਰ ਮਰਜ਼ੀ ਤੁਸੀਂ ਵੇਖੀ ਜਾਓ। ਆਪਾਂ ਸੰਗਤ ਰੂਪ ਵਿੱਚ ਬੈਠੇ ਹਾਂ, ਵੇਖਣਾ ਨਹੀਂ ਮਾੜਾ, ਪਰ ਜਿਹੜਾ ਤੁਸੀਂ ਵੇਖ ਰਹੇ ਹੋ, ਤੁਹਾਡੀ ਵੇਖਣ ਦੇ ਪਿੱਛੇ ਭਾਵਨਾ ਕਿੱਦਾਂ ਦੀ ਹੈ। ਹੁਣ ਇਹਨਾਂ ਅੱਖਾਂ ਦੇ ਨਾਲ ਹੀ ਆਪਾਂ ਆਪਣੀ ਧੀ ਨੂੰ ਵੇਖਦੇ ਹਾਂ। ਅੱਖਾਂ ਤੇ ਨਾ ਬਦਲੀਆਂ ਵੀ ਪਤਾ ਨਹੀਂ ਲੈਂਜ ਜਾਂ ਕੋਈ ਨਵੇਂ ਪਵਾਲੇ ਹੁਣ। ਇਹਦੇ ਨਾਲ ਹੀ ਭੈਣ ਨੂੰ ਵੇਖਦੇ ਹਾਂ, ਧੀ ਨੂੰ ਵੇਖਦੇ ਹਾਂ, ਇਸੇ ਨਾਲ ਹੀ ਪਤਨੀ ਨੂੰ ਵੇਖਦੇ ਹਾਂ, ਦੁਨੀਆ ਨੂੰ ਵੇਖਦੇ ਹਾਂ। ਪਰ ਕਹਿੰਦੇ ਉਹ ਨਾਲੋਂ ਨਾਲ ਨਾ ਭਾਵਨਾ ਚੇਂਜ ਹੁੰਦੀ ਰਹਿੰਦੀ ਹੈ, ਨਾਲੋਂ ਨਾਲ। ਪਾਤਸ਼ਾਹ ਬਾਣੀ ਵਿੱਚ ਕਹਿੰਦੇ ਮਨ ਮੈਲਾ ਸਭ ਕਿਛ ਮੈਲੇ, ਤਨ ਧੋਤੇ ਮਨ ਹੱਛਾ ਨਾ ਹੋਏ। ਆਪਾਂ ਜਿਹੜੀ ਬੇਨਤੀ ਕਰ ਰਹੇ ਸਾਂ ਕਿ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਬਖਸ਼ਿਸ਼ਾਂ ਦੇ ਮਾਲਕ ਜਦੋਂ ਅਨੰਦਪੁਰ ਸਾਹਿਬ ਜਾਂਦੇ ਆ, ਪਰ ਅਨੰਦਪੁਰ ਦੀ ਧਰਤੀ ਨੂੰ ਵਿਸ਼ੇਸ਼ਤਾਈ ਕਿਉਂ ਦਿੰਨੇ ਆ? ਦਰਬਾਰ ਸਾਹਿਬ ਜਾਂਦੇ ਆ, ਗੁਰੂ ਗ੍ਰੰਥ ਸਾਹਿਬ ਇੱਥੇ ਵੀ ਨੇ, ਹਰ ਇੱਕ ਜਗ੍ਹਾ ਗੁਰੂ ਗ੍ਰੰਥ ਸਾਹਿਬ ਸੇਮ ਹੀ ਨੇ, ਸਤਕਾਰ ਆਪਾਂ ਸੇਮ ਹੀ ਕਰਨਾ। ਕਈ ਦਫਾ ਉੱਥੇ ਆਪਾਂ ਪਾਲਕੀ ਨੂੰ ਮੋਢਾ ਦੇਣ ਲਈ ਕਈ ਦਫਾ ਲੜਦੇ ਆ ਆਪਾਂ, ਪਰ ਗੁਰਦੁਆਰੇ ਵਿੱਚ ਨਾ ਭਾਈ ਸਾਹਿਬ ਕਈ ਦਫਾ ਇਦਾਂ ਸਰੂਪ ਚੱਕਿਆ ਹੁੰਦਾ, ਇਦਾਂ ਵਿਚਾਰਾ ਕੱਲਾ ਆਪ ਹੀ ਚੌਰ ਕਰਦਾ ਹੁੰਦਾ। ਉੱਥੇ ਆਪਾਂ ਲੜਦੇ ਆ। ਜੇ ਨਹੀਂ ਤੇ ਦੱਸੋ, ਜੇ ਝੂਠ ਆ ਤੇ ਮੈਂ ਮਾਫੀ ਮੰਗ ਲੈਣਾ। ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਜਿੱਥੇ ਮਰਜੀ ਹੈ ਸੇਮ ਹੀ ਹੈ, ਓਨਾ ਹੀ ਸਤਕਾਰ ਜਿੰਨਾ ਇੱਥੇ ਕਰਨਾ ਓਨਾ ਹੀ ਉੱਥੇ ਕਰਨਾ। ਜਿੰਨਾ ਗੁਟਕੇ ਦਾ ਸਤਕਾਰ ਗੁਰਦੁਆਰੇ ਕਰਨਾ ਓਨਾ ਹੀ ਘਰ ਵਿੱਚ ਕਰਨਾ। ਪਰ ਕੁਝ ਜਗ੍ਹਾਵਾਂ ਐਸੀਆਂ ਨੇ ਜਿੱਥੇ ਗੁਰੂ ਸਾਹਿਬਾਨਾਂ ਨੇ ਕੋਈ ਵਿਸ਼ੇਸ਼ ਕੌਮ ਨੂੰ ਸੁਨੇਹਾ ਜਾਂ ਕਿਸੇ ਕੌਮ ਦੀ ਘਾੜਤ ਘੜੀ ਹੋਵੇ, ਕਿਉਂਕਿ ਇਸ ਕੌਮ ਨੂੰ ਘੜਨ ਵਾਸਤੇ 10 ਜਾਮੇ ਲੱਗੇ, 10 ਸਰੀਰ ਧਾਰਨ ਕਰਨੇ ਪਏ, ਤੇ 5ਵੇਂ ਪਾਤਸ਼ਾਹ ਗੁਰਦੇਵ ਇਹ ਗੁਰਿਆਈ ਦਾ ਮੱਧ ਨੇ। ਤੇ ਇੱਥੋਂ ਫਿਰ ਆ ਕੇ ਕੁਰਬਾਨੀ ਦਾ ਯੁੱਗ ਸ਼ੁਰੂ ਹੋ ਗਿਆ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰਬਾਣੀ ਦਾ, ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਗੁਰਬਾਣੀ ਵੀ ਤੇ ਕੁਰਬਾਨੀ ਵੀ, ਇਹ ਯੁੱਗ ਫਿਰ 10ਵੇਂ ਜਾਮੇ ਤੱਕ ਚੱਲਿਆ। ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਉਮਰ ਸਿਰਫ ਤੇ ਸਿਰਫ 42 ਕੁ ਸਾਲ, ਜਿਹਨੂੰ 42 ਕੁ ਸਾਲਾਂ ਦੀ ਉਮਰ ਸੀ। ਤੇ 42 ਕੁ ਸਾਲ ਦੀ ਉਮਰ ਦੇ ਵਿੱਚ ਕੋਈ ਬੁੱਢਾ ਨਹੀਂ ਹੁੰਦਾ। 42 ਕੁ ਸਾਲਾਂ ਦੀ ਉਮਰ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ 100 ਸਾਲ ਦੀ ਉਮਰ ਵਾਲੇ ਵਿਅਕਤੀ ਜਿੰਨਾ ਕਾਰਜ ਕਰਕੇ ਚਲੇ ਗਏ। ਉਹਨਾਂ ਨੂੰ ਪਤਾ ਸੀ ਕਿ ਇਹ ਸਮਾਂ ਘੱਟ ਹੈ ਤੇ ਕਾਰਜ ਗੁਰੂ ਸਾਹਿਬ ਨੇ ਬਹੁਤ ਜ਼ਿਆਦਾ ਕੀਤੇ। ਵਿੱਚੋਂ ਆਪਾਂ ਬੇਨਤੀ ਕਰ ਰਹੇ ਹਾਂ ਕਿ ਇਹ ਵਿਸਾਖ ਦਾ ਮਹੀਨੇ ਨੂੰ ਅਸੀਂ ਇੰਨੀ ਮਹੱਤਤਾ ਤਾਂ ਦਿੰਦੇ ਹਾਂ ਕਿਉਂਕਿ ਇਸ ਮਹੀਨੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ। ਪਹਿਲਾਂ ਜਿਹੜੀ ਮੈਂ ਅਰਜ਼ ਕੀਤੀ ਸੀ ਕਿ ਖਾਲਸਾ ਕੌਣ ਹੈ? ਖਾਲਸ਼ ਤੋਂ ਭਾਵ ਸ਼ੁੱਧ। ਹੁਣ ਤੁਸੀਂ ਆਪ ਹੀ ਧਿਆਨ ਦਿਓ ਕਿ ਜਿਹਦੇ ਨਾਮ ਦੇ ਨਾਲ ਪਿੱਛੇ ਸਿੰਘ ਲੱਗਿਆ ਹੈ, ਹੁਣ ਮੇਰੇ ਵੀਰ ਭਰਾ ਸੱਜਣ, ਮੇਰੇ ਪਿਓਾਂ ਵਰਗੇ, ਮੇਰੇ ਦਾਦਿਆਂ ਵਰਗੇ, ਮਾਤਾਵਾਂ ਦਾਦੀਆਂ ਵਰਗੇ ਤੁਸੀਂ ਬੈਠੇ ਹੋ। ਵੇਖੋ ਗੁਰਮਤਿ ਦੀ ਗੱਲ, ਗੁਰੂ ਘਰ ਦਾ ਖਾਨੇ ਆ, ਗੁਰਮਤਿ ਦੀ ਗੱਲ ਤੇ ਆਪਾਂ ਨੂੰ ਕਰਨੀ ਪਵੇਗੀ। ਜਦੋਂ ਮਾਤਾ ਪਿਤਾ ਤੁਹਾਨੂੰ ਝਿੜਕਦੇ ਨੇ, ਭਾਵੇਂ ਬੱਚੇ ਗੱਲ ਨਹੀਂ ਸੁਣਦੇ, ਮਾਂ ਪਿਓ ਤਾਂ ਹੋਕਾ ਦਿੰਦੇ ਹੀ ਰਹਿੰਦੇ ਆ ਨਾ। ਕੋਈ ਭਾਵੇਂ ਨਾ ਸੁਣੇ,
पर साडा ते फर्ज ही है ना भी जो गुरु कहंदा भाई वो दसो, तां कि हो सकदा है हौली हौली ये साडे जीवन दे विच तब्दीली आ जाए। जिहदे नाम दे नाल पिछे सिंह लगे है कि उहनूं होर कोई तखल्लस लाउण दी लोड़ है? जिस बीबी दे नाम दे नाल पिछे कौर लगे है, चलो हुण जिन्हां दे लगे ने वो तां हुण पक्के लग चुके ने, तुहाडी एक पहचान दे तौर ते तुसीं ये सब कुछ कीता है। पर मैं जो गुरमत कह रही है वो तुहानूं बेनती करांगा भी किसी नूं लोड़ है वो लाउण दी? गुरु गोबिंद सिंह महाराज कहंदे बिल्कुल नहीं, क्योंकि खालसा खास कहावे। बाबा अजीत सिंह दा गोत की सी? पिछे की लिखिया सी जी पता किसी नूं? सिद्धू लिखिया सी कि बराड़ सी कि सरां सी कि धालीवाल सी कि गिल सी? हुण फिर कह दिओ भी ये बाबे नूं गल करनी पऊ दे नाल भी बाहले गोतां दे पिछे पिया होया है। पर मैं तुहानूं पुछदा भी बाबा अजीत सिंह दा गोत की सी? बाबा जुझार सिंह दा की सी? बाबा जोरावर सिंह दा की सी? बघेल सिंह जी की मैं गल करूँगा, बाबा बघेल सिंह दा गोत धालीवाल सी। पर की बाबा बघेल सिंह ने पिछे लाया ये सब कुछ? बिल्कुल नहीं। खैर बेनती आपां पहलां करिए कि सतगुरु गुरु गोबिंद सिंह महाराज सच्चे पातशाह ने जदों खालसा पंथ की साजना की ना 1699 नूं बैसाख दे महीने, तो गुरु पिता जी ने, तुसीं वेखो जदों अंमृत छकाया जाता है तो एक बाटा लिया जाता है। हुण सवाल ये पैदा होंदा है बाटे की जगह पतीला भी तो लिया जा सकता सी, कोई गड़बी भी लई जा सकती सी, कुछ होर बर्तन भी लिया जा सकता सी, सोने का भांडा भी लिया जा सकता सी, पर बाटा ही क्यों लिया? बाटे दे विच खंडा रखिया, कड़छी भी तो रखी जा सकती सी, पर इन्हां चीज़ां दे पिछे कोई ना कोई ते राज है सी। बाटे तो मुराद सी बाटा भी सरब लोह दा। अज जदों शरीर विच आयरन की घाट होवे ते आपां कैप्सूल खाने आ आयरन दे। मेरे ख्याल च तुसीं कदे निहंग सिंह बीमार होंदे वेखे आ? बहुत घट वेखे होणगे, क्योंकि सतगुरां दी बड़ी सोच बड़ी लंबी सी। लोहे का बाटा क्यों लिया? वो भी खुला। पातशाह जी इशारा करते ने, वो गुरु किया सिखा जे तू सिंह बन जा रहे हैं, जे तू अमृत की दात लै रहे हैं ना, आ खुला बाटा जिहदे विच अमृत तैयार किया गया है, तो सिख दा हिरदा इस बाटे वांगू विशाल खुला होवे, सोच सौड़ी ना होवे। ये घटिया सोच ना होवे कि मेरी चढ़दी कला हो जे ते दूजे दा सब कुछ खत्म ही हो जे। अमृत छकण तो बाद नहीं ये सोच रखनी तो पहला भी नहीं चाहिए। पर गुरु ने कह दिता विशेष भी जे तू मेरा सिंह बन चले तो इस बाटे तू ही सिक्ख्या लै ला। इन्ना विशाल खुला ते इन्ना डूंगा बाटे वांगू तेरी डूंगी सोच ते विचार होने चाहिए ने। विच खंडा फेरिया जा रहा है, वो की दस रहा है? वो सानू इयों इशारा करदा है भी जे तू अमृत की दात लैन लगा है तो यह खंडा इस गल का प्रतीक है कि जेड़ा तां इत्थे आएगा भावना दे नाल, भावना शरधा नाल। शरधा भी कई प्रकार की हुंदी है। कई शरधा का मखोटा पहन के ना गुरुद्वारियां विच मनमत भी करते हैं, पर असली शरधा हुंदी है गुरु की गल नूं सुन के जीवन दे विच कमाउणा। खंडा इस गल का प्रतीक है कि भी जेड़ा इत्थे आएगा शरधा दे नाल ओनू तां मिलणगियां खुशियां, पर जे कहंदे आएगा कोई हंकार नाल, प्रथम काहू स्यों नहीं बैर, हंकारी को कबू ना खैर। पहला वैर नहीं, पर जे कोई इत्थे चढ़ के आएगा ते कलगीधर पातशाह कहंदे ये खंडा फिर म्यान विचों निकलण लग्गियां देर नहीं लगनी। जिहड़ा इत्थे शरधा नाल आएगा उन्होंने लंगर मिलेगा, जिहड़ा चढ़ के आएगा शरधा नाल आएगा देग मिलेगी। देग दे अर्थ ने लंगर। ते जिहड़ा हंकार नाल आएगा उन्होंने फिर तेग मिलेगी। 15 वारी
ਫਤਿਹ ਬੁਲਾਈ ਜਾਂਦੀ ਹੈ ਜਦੋਂ ਅੰਮ੍ਰਿਤ ਛਕਾਇਆ ਜਾਂਦਾ 15 ਵਾਰੀ। 5 ਚੂਲੇ ਨੇਤਰਾਂ ਦੇ ਵਿੱਚ ਜਲ ਦੇ ਜੋ ਅੰਮ੍ਰਿਤ ਤਿਆਰ ਕੀਤਾ ਜਾਂਦਾ ਹੈ ਦ੍ਰਿੜ ਕਰਾਏ ਜਾਂਦੇ ਨੇ ਵੀ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਤੇ ਫਤਿਹ ਵਾਲੀ ਜਗ੍ਹਾ ਵੀ ਗੁੱਡ ਮਾਰਨਿੰਗ ਨੇ ਲੈ ਲਈ, ਆਪਾਂ ਹੁਣ ਕੀ ਕਰੀਏ? ਸਵੇਰੇ ਸਵੇਰੇ ਸ਼ੁਰੂ ਹੋ ਜਾਂਦਾ ਕੰਮ, ਇੱਧਰੋਂ ਆਈ ਉੱਧਰ ਗਈ, ਉੱਧਰੋਂ ਆਈ ਇੱਧਰ ਗਈ, ਕੋਈ ਫਤਿਹ ਭੇਜਦਾ ਹੀ ਨਹੀਂ ਮਾਂ ਦਾ ਪੁੱਤ। 4 ਛਪੇਰਿਓਂ ਇਹੀ ਆ ਰਹੀਆਂ ਨੇ, ਭੇਜੋ ਗੋਰਿਆਂ ਨੂੰ, ਭੇਜੋ ਜਿਹੜੇ ਤੁਹਾਡੀ ਭਾਸ਼ਾ ਸਮਝਦੇ ਹੈ, ਭੇਜੋ ਉਹਨਾਂ ਨੂੰ। ਪਰ ਅੰਮ੍ਰਿਤਧਾਰੀ ਵੀ ਅੰਮ੍ਰਿਤਧਾਰੀ ਨੂੰ ਭੇਜੇ ਫਿਰ ਇਉਂ ਲੱਗਦਾ ਵੀ ਅਜੇ ਥੋੜ੍ਹੇ ਜਿਹੇ ਅਵੇਸਲੇ ਆ। ਗੁੱਸਾ ਨਾ ਕਰਿਓ, ਮੈਂ ਤੇ ਤੁਹਾਡੇ ਬੱਚਿਆਂ ਵਰਗਾ, ਬਾਅਦ ਝਿੜਕਣਾ ਝਿੜਕ ਲਿਓ, ਜੇ ਕੋ ਮਾਫੀ ਮੰਗ ਲਓ। ਹੁਣ ਕਹਿ ਜਾਓ ਸੈਕਟਰੀ ਸਾਹਿਬ ਨੂੰ ਅਗਲੇ ਹਫਤੇ ਆਪਾਂ ਮੰਗ ਲਾਂਗੇ, ਇਹਦੇ 'ਚ ਕੀ ਹੈ? ਮਾਫੀ ਮੰਗਣ ਨਾਲ ਥੋੜ੍ਹੀ ਬੰਦਾ ਕੋਈ ਛੋਟਾ ਹੁੰਦਾ ਹੈ। ਇਹ ਤੇ ਐਵੇਂ ਧੌਣ 'ਚ ਹੰਕਾਰ ਦਾ ਕਿੱਲਾ ਗੱਡਿਆ ਹੁੰਦਾ, ਮੈਂ ਨਹੀਂ ਮਾਫੀ ਮੰਗਦਾ, ਮੈਂ ਤੋਂ 50 ਵਾਰੀ ਮੰਗਾ ਲਓ, ਮੈਂ ਹੁਣ ਮੰਗ ਲੈਣਾ ਤੁਹਾਡੇ ਤੋਂ। ਸਾਧ ਸੰਗਤ ਜੀ ਮਾਫ ਕਰਿਓ ਜੇ ਗਲਤੀ ਹੋ ਗਈ, ਮੈਂ ਛੋਟਾ ਹੋ ਗਿਆ ਕੋਈ। ਬੇਨਤੀ ਕਰਾਂ, ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜਦੋਂ, ਇਹ ਮੈਂ ਤਾਂ ਬੇਨਤੀ ਕਰ ਰਿਹਾ ਵੀ ਅੰਮ੍ਰਿਤ ਦੀ ਦਾਤ ਤੁਸੀਂ ਸਾਰਿਆਂ ਨੇ ਲੈਣੀ ਹੈ, ਸਭ ਨੇ। ਹੁਣ ਤੇ ਆਨੇ ਬਹਾਨੇ ਬੜੇ ਹੋ ਗਏ ਨੇ, ਡਰਾ ਹੀ ਦਿੰਦੇ ਆ, ਦੇਖੋ ਜੀ ਅੰਮ੍ਰਿਤ ਨਹੀਂ ਮੇਰੇ ਤੋਂ ਸਾਂਭਿਆ ਜਾਣਾ। ਬਈ ਤੂੰ ਕੌਣ ਹੁੰਦਾ ਅੰਮ੍ਰਿਤ ਨੂੰ ਸਾਂਭਣ ਵਾਲਾ? ਅੰਮ੍ਰਿਤ ਨੇ ਤਾਂ ਤੈਨੂੰ ਸਾਂਭਣਾ। ਪਹਿਲਾਂ ਤੂੰ ਰੋਜ਼ ਸ਼ਰਾਬ ਡੱਫਦਾ ਸੀ, ਹੁਣ ਤੂੰ ਅੰਮ੍ਰਿਤ ਛਕ ਲਿਆ, ਹੁਣ ਤੇ ਅੰਮ੍ਰਿਤ ਨੇ ਤੈਨੂੰ ਆਪਣੇ ਆਪ ਹੀ ਸਾਂਭ ਲਿਆ, ਖਰਚਾ ਵੀ ਬਚ ਗਿਆ। ਇੱਥੇ ਵੀ ਮਹਿੰਗੀਆਂ ਹੀ ਹੋਣਗੀਆਂ ਬੋਤਲਾਂ, ਮੈਨੂੰ ਤਾਂ ਪਤਾ ਨਹੀਂ, ਜਿਹੜੇ ਖਰੀਦਦੇ ਹੋਣਗੇ ਉਹਨਾਂ ਨੂੰ ਪਤਾ ਹੋਣਾ ਵੀ ਕਿੰਨੇ ਕੁ ਦੀ ਹੈ, ਖਿਮਾ ਕਰਿਓ। ਇਸ ਲਈ ਅੰਮ੍ਰਿਤ ਨੇ ਤੁਹਾਨੂੰ ਸਾਂਭਣਾ। ਤੁਹਾਡੇ ਘਰ ਵਿੱਚ ਸ਼ਾਂਤੀ, ਕੱਲ ਕਲੇਸ਼, ਕਾਟੋ ਕਲੇਸ਼ ਜਿਹੜਾ ਰੋਜ਼ ਹੁੰਦਾ, ਰੋਜ਼ ਚੁੰਝਾਂ ਫਸਦੀਆਂ ਕੁੱਕੜਾਂ ਵਾਂਗੂ ਜਿਹੜੀਆਂ, ਇਹ ਵੀ ਹਟ ਜਾਣਗੀਆਂ। ਇਹ ਵੀ ਹਰਦੇਵ ਸਿੰਘ ਲੂਲੋਵਾਲ ਵਾਲੇ, ਉਹਨਾਂ ਦੇ ਦੀਵਾਨਾਂ ਵਿੱਚ ਮੈਂ ਕਾਫੀ ਕਥਾ ਕਰਦਾ ਰਿਹਾ, ਤੁਹਾਨੂੰ ਪਤਾ ਹੀ ਵੀ ਕਿਵੇਂ ਹਾਸ ਰਸ ਵਿੱਚ ਉਹ ਸਮਝਾਉਂਦੇ ਰਹਿੰਦੇ ਸਨ। ਮੇਰਾ ਵੀ ਇੱਦਾਂ ਦਾ ਹੀ ਸੁਭਾਅ ਬਣਿਆ। ਗੱਲ ਸਮਝ ਆਉਣੀ ਚਾਹੀਦੀ, ਗੁਰੂ ਦੀ ਗੱਲ ਹੈ। ਤੁਸੀਂ ਕਲਾਕਾਰਾਂ ਨੂੰ, ਗਾਉਣ ਵਾਲਿਆਂ ਨੂੰ ਪੈਸੇ ਦੇ ਦੇ ਕੇ ਆਪਾਂ ਸੁਣਦੇ ਹਾਂ, ਹਾਸ ਰਸ ਸੁਣਦੇ ਹਾਂ, ਤਬਦੀਲੀ ਨਹੀਂ ਕੋਈ ਆਉਂਦੀ। ਕਿਉਂਕਿ ਬਾਣੀ ਵਿੱਚ ਲਿਖਿਆ ਹਸੰਦਿਆਂ ਖਲੰਦਿਆਂ ਪੈਨੰਦਿਆਂ ਵਿੱਚੇ ਹੋਵੇ ਮੁਕਤ ਨਿਰਾਸਤਾ ਨਹੀਂ। 5 ਦਫਾ ਉਹ ਚੂਲੇ ਨੇਤਰਾਂ ਵਿੱਚ ਮਾਰੇ ਜਾਂਦੇ, ਕਿਉਂ? ਕਿ ਇਹ ਨੇਤਰ ਹੁਣ ਗੁਰੂ ਦੇ ਹੋ ਗਏ, ਹੁਣ ਤੇਰਾ ਇਹਨਾਂ ਤੇ ਕੋਈ ਕਬਜ਼ਾ ਨਹੀਂ। ਇਹ ਅੱਖਾਂ ਹੁਣ, ਅੱਜ ਮੁੱਖ ਵਾਕ ਅੰਮ੍ਰਿਤ ਵੇਲੇ ਦਾ ਕਿਹੜਾ ਆਇਆ ਭਲਾ? ਸਾਰੇ ਪੜ੍ਹ ਕੇ ਆਏ ਹੋਣਗੇ। ਕੋਈ ਜਨ ਹਰਿ ਸਿਉ ਦੇਵੈ ਜੋਰ, ਸਿਉਂ ਦੇ ਅਰਥ ਹੁੰਦੇ ਨੇ ਨਾਲ। ਚਰਨ ਗਹੋਂ, ਗਹੋਂ ਦੇ ਅਰਥ ਹੁੰਦੇ ਨੇ ਪਕੜਨਾ। ਬਕੋਂ, ਬਕੋਂ ਦੇ ਅਰਥ ਨੇ ਬੋਲਣਾ। ਕੋਈ ਜਨ, ਕੋਈ ਜਨ, ਕੋਈ ਰੱਬ ਦਾ ਪਿਆਰਾ। ਹਰਿ ਸਿਉ ਦੇਵੈ ਜੋਰ, ਜੋਰ ਦੇ ਅਰਥ ਨੇ ਜੋੜ ਦਵੇ, ਗੁਰੂ ਦੀ ਗੱਲ ਸਮਝਾ ਦੇਵੇ। ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਤਾ ਕੀ ਕਹਿੰਦੇ ਉਹਨਾਂ ਨੂੰ? ਵੀ ਜਿਹੜਾ ਗੁਰੂ ਦੀ ਗੱਲ ਸੁਣਾ ਦੇ, ਉਹ ਕਹਿੰਦੇ ਚਰਨ ਗਹੋਂ ਉਹਦੇ ਮੈਂ ਚਰਨ ਪਕੜਦਾ। ਹੁਣ ਅਗਲਾ ਕਹਿੰਦਾ ਵੀ ਕਥਾ ਕਰਨ ਵਾਲੇ ਦੀਆਂ ਲੱਤਾਂ ਫੜ ਕੇ ਬਾਹਰ ਮਾਰਾਂ। ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਚਰਨ ਗਹੋਂ ਬਕੋਂ ਸੁਭ ਰਸਨਾ, ਜਿਹੜਾ ਮੈਨੂੰ ਗੁਰੂ ਦੀ ਗੱਲ ਸੁਣਾਵੇ ਉਹਦੀ ਮੈਂ ਚਰਨ ਪਕੜਨਾ। ਬਕੋਂ ਦੇ ਅਰਥ ਨੇ ਸ਼ੁਭ ਬੋਲਾਂ। ਦੀਜੈ ਪ੍ਰਾਨ ਅਕੋਰ, ਅਕੋਰ ਦੇ ਅਰਥ ਨੇ ਭੇਟਾ। ਪਾਤਸ਼ਾਹ ਕਹਿੰਦੇ ਮੈਂ ਮਾਇਆ ਨਹੀਂ, ਮਾਇਆ ਕੀ ਤੇ ਆ ਗਈ ਤੇ ਚੱਲ ਗਈ। ਗੁਰੂ ਦੀ ਗੱਲ ਸੁਣਾਉਣ ਵਾਲੇ ਨੂੰ ਗੁਰੂ ਸਾਹਿਬ ਕਹਿੰਦੇ ਮੈਂ ਆਪਣੇ ਪ੍ਰਾਣ, ਆਪਣੀ ਜਿੰਦ ਹੀ ਭੇਟ ਕਰ ਦਿਆਂ। ਹੁਣ ਅਗਲਾ ਕਹਿੰਦਾ ਗੁਰੂ ਦੀ ਗੱਲ ਸੁਣਾਉਣ ਵਾਲੀ ਦੀ ਜਿੰਦ ਹੀ ਕੱਢ ਲਾਂ, ਵੀ ਹੁਣ ਇਹਦੇ ਸਾਹ ਹੀ ਖਤਮ ਕਰ ਦਿਆਂ। ਕਦੇ ਰਾਗੀ ਸਿੰਘਾਂ ਦਾ ਵਿਰੋਧ ਹੁੰਦਾ ਵੇਖਿਆ ਤੁਸੀਂ? ਕੀਰਤਨੀਆਂ ਦਾ ਕੋਈ ਵੀ ਬੰਦਾ ਦੱਸਦੇ ਵੀ ਕੀਰਤਨੀਏ ਨੂੰ ਸੰਗਤ ਨੇ ਘੇਰਿਆ ਜਾਂ ਕੁਝ ਆਖਿਆ, ਕਿਉਂਕਿ ਉਹਨੇ ਤੇ ਵਿਚਾਰੇ ਨੇ ਕੀਰਤਨ ਕਰਨਾ, ਉਹਨੇ ਤੁਹਾਨੂੰ ਕੀਰਤਨ ਗਾਇਨ ਕਰਕੇ ਸੁਣਾ ਦੇਣਾ। ਜਦੋਂ ਵੀ ਵਿਰੋਧ ਹੋਣਾ, ਕੀਤੇ ਹੋਏ ਕੀਰਤਨ ਦੀ ਵਿਆਖਿਆ ਕਰਨ ਵਾਲੇ ਦਾ ਹੋਣਾ। ਉਹ ਘੁੰਡੀਆਂ ਜਦੋਂ ਖੋਲ ਕੇ ਉਹਨੇ ਸੁਣਾਉਣੀਆਂ ਉਦੋਂ ਹੋਣਾ। ਇਹ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ਼ਬਦ ਰੂਪ ਵਿੱਚ ਪ੍ਰਕਾਸ਼ ਨੇ। ਜੇ ਕਿਤੇ ਗੁਰੂ ਨਾਨਕ ਸਾਹਿਬ ਜੀ ਦੇਹ ਰੂਪ ਦੇ ਵਿੱਚ ਪ੍ਰਗਟ ਹੋ ਕੇ ਤਾਬਿਆ, ਐਦਾਂ ਤਾਬਿਆ ਪ੍ਰਗਟ ਹੋ ਕੇ ਨਾ, ਤੁਹਾਨੂੰ ਜੇ ਸ਼ਬਦਾਂ ਦੀ ਕਥਾ ਸੁਣਾਉਣ ਲੱਗ ਜਾਣ, ਮੇਰੇ ਖਿਆਲ 'ਚ ਆਪਾਂ ਬਾਬੇ ਨੂੰ ਤਾਂ ਨਹੀਂ ਬਖਸ਼ਦੇ। ਆਪਾਂ ਕਹਾਂਗੇ ਬਾਬਾ ਆਹ ਕੀ ਕਹੀ ਜਾਂਦਾ ਤੂੰ? ਉਹ ਤੇ ਹੁਣ ਸਰੀਰ ਰੂਪ ਦੇ ਵਿੱਚ ਆਪਣੇ ਸਾਹਮਣੇ ਨਹੀਂ, ਤਾਂ ਕਰਕੇ ਚੁੱਪਚਾਪ ਆਪਾਂ ਸੁਣੀ ਜਾਂਦੇ ਹਾਂ।
ਚਰਨ ਗਹੋਂ ਬਕੋਂ ਸ਼ੁਭ ਰਸਨਾ ਦੀਜੈ ਪ੍ਰਾਨ ਅਕੋਰ। ਮਨ ਤਨ, ਮਨ ਨੂੰ ਤੇ ਤਨ ਨੂੰ ਕੀ ਕਰਾਂ? ਮਨ ਤਨ ਨਿਰਮਲ ਕਰਤ ਕਿਆਰੋ, ਕਿਆਰਾ ਬਣਾ ਲਾਂ। ਪੰਜਾਬੀ ਭਾਸ਼ਾ ਬਿਲਕੁਲ ਠੇਠ, ਜਿਹਨੂੰ ਬੋਲਣ ਤੋਂ ਸਾਨੂੰ ਸ਼ਰਮ ਆਉਂਦੀ ਹੈ। ਪੰਜਾਬੀ ਬੋਲਣ ਤੋਂ ਸਾਨੂੰ ਘਰਾਂ ਵਿੱਚ ਸ਼ਰਮ ਆਉਂਦੀ ਹੈ। ਇੱਕ ਬੀਬੀ ਆਪ ਵਿਚਾਰੀ ਮੰਨੀ, ਉਹਨੇ ਅੰਮ੍ਰਿਤ ਛਕਣਾ ਹੁਣ ਵਿਸਾਖੀ ਦੇ ਉੱਤੇ। ਮੈਂ ਕਿਹਾ ਆ ਤੁਹਾਡੀਆਂ ਬੱਚੀਆਂ ਜਿਹੜੀਆਂ, ਮੈਂ ਇਹਨਾਂ ਨੂੰ ਕੁਛ ਕਿਹਾ ਤੇ ਡਰ ਜੇ ਗਈਆਂ। ਕਹਿੰਦੀ ਜੀ ਇਹਨਾਂ ਨੂੰ ਪੰਜਾਬੀ ਜਮਾ ਹੀ ਨਹੀਂ ਆਉਂਦੀ ਤੇ ਮੈਂ ਆਪਣੀ ਗਲਤੀ ਮੰਨਦੀ ਹਾਂ, ਬੜੀ ਛੋਟੀ ਇੱਥੇ ਆਈ ਹਾਂ, ਮੈਂ ਹੀ ਇਹਨਾਂ ਨਾਲ ਪੰਜਾਬੀ ਨਹੀਂ ਬੋਲੀ, ਮੇਰਾ ਕਸੂਰ ਹੈ, ਮੈਨੂੰ ਪਛਤਾਵਾ ਹੈ। ਇਸ ਪਛਤਾਵੇ ਨੇ ਮੈਨੂੰ ਅੰਮ੍ਰਿਤ ਦੀ ਦਾਤ ਲੈਣ ਤੇ ਮਜਬੂਰ ਕਰ ਦਿੱਤਾ। ਮੈਂ ਹੁਣ ਰੋਜ਼-ਰੋਜ਼ 2-2 ਲਫ਼ਜ਼ ਇਹਨਾਂ ਨੂੰ ਸਿਖਾਉਣੀ ਹੈ। ਇੱਕ ਹੁੰਦੀ ਹੈ ਟਾਹਣੀ, ਇੱਕ ਹੁੰਦਾ ਟਾਹਣ। ਟਾਹਣ ਨੂੰ ਨਹੀਂ ਤੁਸੀਂ ਮੋੜ ਸਕਦੇ, ਭਾਵੇਂ ਸਾਰੇ ਲਮਕੀ ਜਾਇਓ, ਪਿੰਗਾਂ ਪਾ ਲਿਓ। ਜਿਹੜੀ ਟਾਹਣੀ ਹੁੰਦੀ ਹੈ ਇਹਨਾਂ ਨੂੰ ਮੋੜ ਕੇ ਜਿੱਧਰ ਮਰਜ਼ੀ ਲਾ ਦਿਓ, ਉਹ ਆਪਣੇ ਆਪ ਹੀ ਤਾਂ ਚੜ੍ਹਦੀ ਜਾਂਦੀ ਹੈ। ਹੁਣ ਇਹ ਨਿਆਣੇ ਨੇ ਟਾਹਣੀਆਂ, ਇਹਨਾਂ ਨੂੰ ਹੁਣ ਹੀ ਮੋੜ ਲਓ ਤੇ ਜਦੋਂ ਬਣ ਗਏ ਨਾ ਟਾਹਣ, ਫਿਰ ਔਖਾ ਕਰਨਗੇ, ਆਖੋ ਸਤਨਾਮ। ਇਸ ਵਾਸਤੇ ਨੂੰ ਟਾਹਣ ਬਣਨ ਤੋਂ ਪਹਿਲਾਂ ਟਾਹਣੀਆਂ ਨੂੰ ਸਾਂਭ ਲਓ। ਆਪਣਾ ਇੰਜ ਕਹਿ ਲਓ, ਇਹ ਫਰਜ਼ ਧਰਮ ਸੰਭਾਲੋ। ਆਪਣਾ ਫਰਜ਼ ਹੈ ਜਿਹੜਾ ਸਾਡਾ ਬਣਦਾ ਹੈ। ਵਿਸਾਖੀ ਮਨਾਉਣ ਦਾ, ਖਾਲਸਾ ਸਾਜਨਾ ਦਿਵਸ ਮਨਾਉਣ ਦਾ ਸੰਬੰਧ ਸਿਰਫ ਇਹ ਨਹੀਂ, ਮੇਰੇ ਵੀਰ ਸੇਵਾਦਾਰ ਸੇਵਾ ਕਰ ਰਹੇ ਨੇ, ਗੋਲ ਗੱਪੇ ਪੀਜੇ। ਮੈਂ ਤਾਂ ਆਪ ਕਹਿੰਦਾ ਵੀ ਚੰਗੀ ਗੱਲ ਹੈ ਵੀ ਇੰਨੇ ਪਦਾਰਥ ਬਣਦੇ ਹੈ, ਵੀ ਅਸੀਂ ਵੀ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਉਡੀਕਦੇ ਹੀ ਰਹਿੰਦੇ ਹਾਂ ਵੀ ਕੋਈ ਨਵਾਂ ਪਦਾਰਥ ਬਣੇ। ਚਲੋ ਚੰਗੀ ਗੱਲ ਹੈ। ਇੰਨੇ ਪਦਾਰਥ ਜਿਹੜੇ ਬਣੇ ਨੇ, ਤਰ੍ਹਾਂ ਤਰ੍ਹਾਂ ਦੇ ਪਕਵਾਨ, ਪੀਜੇ, ਬਰਗਰ, ਗੋਲ ਗੱਪੇ, ਸਭ ਕੁਝ ਸਿਰਫ ਇਹ ਇਕੱਲੇ ਖਾ ਕੇ ਜਾਂ ਇਹਨਾਂ ਨੂੰ ਖਾ ਕੇ ਪਚਾਉਣ ਨੂੰ ਵਿਸਾਖੀ ਮਨਾਉਣਾ ਨਹੀਂ ਕਹਿੰਦੇ। ਇਹ ਤਾਂ ਚਲੋ ਬਣੇ ਨੇ ਪਕਵਾਨ ਤੁਹਾਡੇ ਸੰਗਤ ਲਈ, ਮੈਂ ਕੋਈ ਵਿਰੋਧ ਨਹੀਂ ਕਰਦਾ। ਕਈ ਦਫਾ ਕੋਈ ਮਾੜੀ ਜੀ ਗੱਲ ਸੁਣ ਕੇ ਜਾ ਕੇ ਨਾ ਲੰਗਰ 'ਚ, ਉਹ ਦੇਖੋ ਬਾਬੇ ਨੇ ਤਵਾ ਲਾਇਆ ਤੁਹਾਡੇ ਤੇ, ਪੂਰੀ ਗੱਲ ਨਹੀਂ ਲੋਕ ਸੁਣਦੇ। ਮੈਂ ਬੇਨਤੀ ਕਰ ਰਿਹਾ ਵੀ ਪਕਵਾਨ ਬਣੇ ਸੰਗਤ ਵਾਸਤੇ ਹੀ ਨੇ। ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਘਿਆਲੀ, ਗੁਰੂ ਕੇ ਪਕਵਾਨ ਬਣੇ ਨੇ। ਪਰ ਪਕਵਾਨ ਬਣਾ ਕੇ ਖਾਣ ਨੂੰ ਹੀ ਵਿਸਾਖੀ ਨਹੀਂ ਕਹਿੰਦੇ, ਖਾਲਸਾ ਸਾਜਨਾ ਦਿਵਸ ਨਹੀਂ ਕਹਿੰਦੇ। ਜੋ ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। 5 ਮਿੰਟ ਬਾਕੀ ਨੇ, ਮੈਂ ਉਹਦੇ ਵਿੱਚ ਸਮਾਪਤੀ ਕਰਨ ਦੀ ਕੋਸ਼ਿਸ਼ ਕਰਾਂ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਸਾਨੂੰ ਅੰਮ੍ਰਿਤ ਦੀ ਦਾਤ। ਉਹ ਜਿਹੜੇ ਨੁਕਤੇ ਆ ਨਾ, 15 ਵਾਰੀ ਜਿਹੜਾ ਆਪਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਆਪਾਂ ਬੁਲਾਉਣੇ ਆ ਨਾ, ਉਹ ਮੈਂ ਫਿਰ ਦੀਵਾਨਾਂ ਵਿੱਚ ਬੇਨਤੀ ਕਰਾਂਗਾ। ਪਰ ਅੱਜ ਬੇਨਤੀ ਕਰਨਾ ਚਾਹਣਾ ਵੀ ਸਿੰਘ ਤੇ ਕੌਰ, ਇਹਦਾ ਮਤਲਬ ਕੀ ਹੈ? ਜਦੋਂ ਸਾਡੇ ਘਰ ਦੇ ਵਿੱਚ ਬੱਚਾ ਜਨਮ ਲੈਂਦਾ ਹੈ ਨਾ, ਤਾਂ ਉਸ ਵਕਤ ਬੀਬੀਆਂ ਉਸ ਬੱਚੇ ਨੂੰ ਗੁੜਤੀ ਦਿੰਦੀਆਂ ਨੇ। ਗੁੜਤੀ ਦੇਣਾ ਇਹ ਸਨਾਤਨੀ ਮਤ ਦਾ ਕਰਮ ਹੈ, ਧਰਮ ਕਹਿ ਲਓ। ਗੁੜਤੀ ਦੇਣਾ ਵੀ ਘਰ ਵਿੱਚ ਬੱਚਾ ਜੰਮੇ ਨੂੰ ਗੁੜਤੀ ਦੇ ਦਿਓ। ਪਰ ਜੇ ਸਾਡੇ ਘਰ ਵਿੱਚ ਬੱਚਾ ਜੰਮਿਆ ਨਾ, ਉਹਨੂੰ ਗੁੜਤੀ ਦੇਣੀ ਕੀ ਹੈ? ਜਾਂ ਤਾਂ ਆਪ ਪਾਠ ਕਰ ਲਓ, ਕੋਈ ਬੀਬੀ ਭੈਣ ਕਰਨ ਜਾਣਦੀ ਹੈ, ਪਾਠ ਕਰਕੇ ਅੰਮ੍ਰਿਤ ਤਿਆਰ ਕਰਕੇ 5 ਬੂੰਦਾਂ ਉਸ ਬੱਚੇ ਦੇ ਮੁਖ ਵਿੱਚ ਪਾਓ, ਬਚਿਆ ਹੋਇਆ ਆਪ ਛਕ ਲਓ। ਜਦੋਂ ਉਹ ਬੀਬੀ ਉੱਠਣ ਬੈਠਣ ਯੋਗ ਹੋ ਜੇ, ਗੁਰਦੁਆਰਾ ਸਾਹਿਬ ਆਓ। ਦਿਨਾਂ ਦੀ ਕੋਈ ਇਹ ਦਿਨ ਨਹੀਂ ਵੀ ਇੱਦਾਂ ਵੀ ਇੰਨੇ ਹੀ ਦਿਨ ਨੇ। ਜੇ ਬੀਬੀ ਛੇਤੀ ਜਲਦੀ ਰਾਜੀ ਹੈ, ਉਹ ਜਲਦੀ ਆ ਕੇ ਗੁਰਦੁਆਰੇ ਮੱਥਾ ਟੇਕੇ, ਅਰਦਾਸ ਬੇਨਤੀ ਕਰੇ, ਮੁੱਖ ਵਾਕ ਹੋਵੇ, ਪ੍ਰਸ਼ਾਦ ਬਣੇ। ਜਿਹੜਾ ਮੁੱਖ ਵਾਕ ਆਵੇ, ਬੱਚੇ ਦਾ ਨਾਮਕਰਨ ਕੀਤਾ ਜਾਵੇ, ਇੱਥੇ ਹੀ ਜਕਾਰਾ ਛੱਡਿਆ ਜਾਵੇ। ਇੱਥੇ ਹੀ ਨਾਮ ਆਪਾਂ ਰੱਖ ਲੈਂਦੇ ਹਾਂ ਗੁਰਮੀਤ ਸਿੰਘ, ਤੇ ਬਾਅਦ 'ਚ ਭਲਾ ਫਿਰ ਕੀ ਬਣ ਜਾਂਦਾ ਹੈ? ਤੁਹਾਨੂੰ ਪਤਾ ਹੀ, ਸ਼ਾਰਟਕਟ ਹੀ ਹੋ ਜਾਂਦਾ ਹੈ। ਨਾਮ ਰੱਖ ਲੈਂਦੇ ਹਾਂ ਗੁਰਮੀਤ ਸਿੰਘ ਜਾਂ ਗੁਰਪ੍ਰੀਤ ਸਿੰਘ, ਬਾਅਦ 'ਚ ਇਕੱਲਾ ਟੈਰੀ ਰਹਿ ਜਾਂਦਾ ਹੈ। ਅਗਲਾ ਦੇਖਦਾ ਵੀ ਇਹ ਨਾਂ ਕਾਹਦਾ ਹੈ, ਵੀ ਬੰਦਾ ਇਹਦਾ ਹੀ ਨਾਂ, ਮੇਰੇ ਵਰਗਾ ਅਰਦਾਸ ਕਰਨ ਲੱਗਾ ਕਹਿੰਦਾ ਵੀ ਸ਼ੋਰ ਕਰ ਲਈਏ ਵੀ ਇਹ ਨਾਂ ਬੰਦੇ ਦਾ ਹੀ ਹੈ, ਕਿਸੇ ਹੋਰ ਦਾ। ਗੁਰੂ ਦੀ ਹਜ਼ੂਰੀ ਵਿੱਚ ਹੀ ਜਕਾਰਾ ਛੱਡਿਆ ਜਾਵੇ। ਗੁਰਮਤਿ ਇਹ ਕਹਿੰਦੀ ਹੈ। ਇੱਕ ਸਮੇਂ ਜਰਮਨ ਦਾ ਜਿਹੜਾ ਸ਼ਹਿਰ ਹੈ ਨਾ, ਫਰੈਂਕਫਰਟ ਕਰਕੇ ਕੁਛ, ਉੱਥੋਂ ਜਦੋਂ ਦਿੱਲੀ ਨੂੰ ਉਡਾਨ ਭਰਨੀ ਸੀ, ਦਿੱਲੀ ਨੂੰ, ਪਰ ਉੱਥੇ ਉਸ ਉਡਾਨ ਦੇ ਵਿੱਚ, 에ਅਰਲਾਈਨ ਦੇ ਵਿੱਚ ਕੁਝ ਸਿੱਖ ਵੀ ਯਾਤਰਾ ਕਰ ਰਹੇ ਸਨ।
ਪਰ ਉਹਦੇ ਵਿੱਚ ਚੜ੍ਹਨ ਤੋਂ ਪਹਿਲੋਂ ਜਿਹੜਾ ਇੱਕ ਸਰਦਾਰ ਸੀ ਨਾ, ਉਹਦੀ ਟਿਕਟ ਦੇ ਵਿੱਚ ਨਾਮ ਦੀ ਕੁਝ ਅਦਲਾ ਬਦਲੀ ਜੀ ਹੋ ਗਈ ਨਾਮ ਦੀ। ਉਹ ਵੀ ਵਿਚਾਰਾ ਬੜਾ ਪਜ਼ਲ ਜਾ ਹੋਇਆ ਵੀ ਇੱਧਰੋਂ ਟਾਈਮ ਹੋ ਗਿਆ, ਮੈਂ ਕਿੱਧਰ ਜਾਵਾਂ। ਉਹ ਏਅਰਪੋਰਟ ਤੇ ਗਿਆ, ਜਿਹੜਾ ਅੰਦਰ ਉਹਨਾਂ ਦਾ ਆਫਿਸ ਬਣਿਆ ਸੀ, ਗੋਰੀ ਬੈਠੀ ਸੀ, ਸਾਰੀਆਂ ਲਿਸਟਾਂ ਟਿਕਟਾਂ ਦੇਖ ਰਹੀ ਸੀ, ਸਭ ਨੂੰ ਅੱਗੇ ਤੋਰ ਰਹੀ ਸੀ, ਪਰ ਉਹ ਵੀ ਵਿਚਾਰੀ ਥੋੜੀ ਜਿਹੀ ਗਵਾਚੀ ਜੀ ਪਈ ਸੀ। ਤੇ ਉਹ ਕੋਲ ਜਿਹੜਾ ਸਿੰਘ ਖਲੋਤਾ ਸੀ, ਹੋਰ ਵੀ ਖਲੋਤੇ ਸਨ, ਉਹ ਕਹਿੰਦਾ ਮੈਡਮ ਤੁਸੀਂ ਲਾਸਟ ਨੇਮ ਨਾ ਦੇਖੋ, ਤੁਸੀਂ ਫਸਟ ਨੇਮ ਦੇਖੋ। ਉਹਨੇ ਜਦੋਂ ਫਸਟ ਨੇਮ ਦੇਖਿਆ ਤੇ ਉਹ ਨਾਲ ਦੀ ਨਾਲ ਜਿਹੜੀ ਉਹਦੀ ਪ੍ਰੋਬਲਮ ਸੀ ਉਹ ਨਾਲ ਦੀ ਨਾਲ ਸੋਲਵ ਹੋ ਗਈ। ਉਹ ਕਹਿੰਦੀ ਮਿਸਟਰ ਸਿੰਘ ਤਾਂ ਤੂੰ ਮੇਰਾ ਕੰਮ ਬੜਾ ਸੌਖਾ ਕਰ ਦਿੱਤਾ। ਪਰ ਨਾਲ ਉਹ ਹੈਰਾਨ ਵੀ ਹੋਈ। ਉਹ ਕਹਿਣ ਲੱਗੀ ਇਉਂ ਦੱਸੋ ਵੀ ਤੁਹਾਡੇ ਸਾਰਿਆਂ ਦੇ ਨਾਮ ਦੇ ਨਾਲ ਪਿੱਛੇ ਕੌਰ ਤੇ ਸਿੰਘ ਲੱਗਿਆ ਹੁੰਦਾ ਹੈ, ਕੀ ਤੁਹਾਡੇ ਵਿੱਚ ਨਾਮਾਂ ਦੀ ਕੋਈ ਕਮੀ ਹੈ ਵੀ ਤੁਸੀਂ ਇੱਕੋ ਹੀ ਲਾਈ ਤੁਰੇ ਹੋਨੇ ਹੋ, ਸਿੰਘ ਕੌਰ ਸਿੰਘ ਕੌਰ। ਤੇ ਉਹ ਜਿਹੜਾ ਸੱਜਣ ਸੀ ਨਾ, ਉਹ ਸੂਝਵਾਨ ਸੀ, ਸੰਗਤ ਕਰਨ ਵਾਲਾ ਸੀ, ਕੋਈ ਰੱਬ ਦਾ ਪਿਆਰਾ। ਉਹ ਕਹਿੰਦਾ ਸਾਡੇ ਵਿੱਚ ਨਾਮਾਂ ਦੀ ਨਹੀਂ ਕੋਈ ਕਮੀ, ਦਰਅਸਲ ਜਿਹੜਾ ਸਾਡਾ ਫਸਟ ਨੇਮ ਹੈ ਨਾ, ਪਹਿਲਾ ਨਾਮ ਹੈ, ਜਗਰੂਪ ਸਿੰਘ ਕਹਿ ਲਓ, ਚਲੋ ਮੈਂ ਆਪ ਦਾ ਹੀ ਕਹਿ ਦੇਣਾ ਗੁਰਸੇਵਕ ਸਿੰਘ, ਕਈ ਕਹਿਣਗੇ ਦੂਜਿਆਂ ਦੀ ਤਵੇ ਲਾਉਂਦਾ। ਇਸ ਵਾਸਤੇ ਉਹ ਕਹਿੰਦੇ ਜਿਹੜਾ ਸਾਡਾ ਪਹਿਲਾ ਨਾਮ ਹੈ ਨਾ, ਉਹ ਸਾਡਾ ਨਾਮ ਹੈ, ਉਹ ਸਾਡੀ ਪਛਾਣ ਹੈ, ਜਿਵੇਂ ਕਿਸੇ ਦਾ ਕੋਈ ਵੀ ਨਾਮ ਹੈ, ਉਹ ਪਹਿਲਾਂ ਉਹਦਾ ਨਾਮ ਹੈ। ਪਰ ਉਹ ਕਹਿੰਦੇ ਲਾਸਟ ਕੀ ਹੈ, ਲਾਸਟ ਨੇਮ ਕੀ ਹੈ? ਉਹ ਕਹਿੰਦੇ ਪਹਿਲਾਂ ਸਾਡਾ ਨਾਮ ਹੈ, ਸਾਡੀ ਪਛਾਣ ਹੈ, ਸਿੰਘ ਸਾਡੇ ਧਰਮ ਦੀ ਪਛਾਣ ਹੈ, ਕੌਰ ਸਾਡੇ ਧਰਮ ਦੀ ਪਹਿਚਾਣ ਹੈ। ਤੇ ਉਹ ਸਿੰਘ ਕਹਿਣ ਲੱਗਾ ਉਸ ਗੋਰੀ ਨੂੰ, ਉਹਨੇ ਟਰਾਂਸਲੇਸ਼ਨ ਕਰਕੇ ਦੱਸਿਆ ਹੋਣਾ, ਉਹ ਕਿਹੜਾ ਵਿਚਾਰੀ ਪੰਜਾਬੀ ਬੋਲਦੀ ਹੋਣੀ। ਉਹ ਕਹਿਣ ਲੱਗਾ ਵੀ ਸਿੰਘ ਸਾਡੇ ਧਰਮ ਦੀ ਪਹਿਚਾਣ ਹੈ, ਕੌਰ ਵੀ ਸਾਡੇ ਧਰਮ ਦੀ ਪਹਿਚਾਣ ਹੈ। ਜਦੋਂ ਤੁਹਾਡੇ ਕੋਲ ਕੋਈ ਟਿਕਟ ਆਵੇ ਤੇ ਤੁਹਾਨੂੰ ਸਪੈਸ਼ਲ ਪੁੱਛਣ ਦੀ ਲੋੜ ਨਹੀਂ ਕਿ ਤੁਸੀਂ ਕਿਹੜੇ ਧਰਮ ਨੂੰ ਬਿਲੋਂਗ ਕਰਦੇ ਹੋ, ਤੁਸੀਂ ਕਿਸ ਧਰਮ ਦੇ ਬੰਦੇ ਹੋ। ਤੁਸੀਂ ਜਦੋਂ ਵੇਖੋਗੇ ਨਾ ਪਿੱਛੇ, ਹੁਣ ਤੇ ਕਈਆਂ ਮੇਰੀਆਂ ਭੈਣਾਂ ਨੇ ਵੀ ਕੌਰ ਕੱਟ ਕੇ ਪਿੱਛੇ ਨਾਮ ਲਾਏ ਹੋਏ ਨੇ, ਜੇ ਕਿਸੇ ਨੇ ਲਾਇਆ ਹੋਵੇ ਤੇ ਉਹਨਾਂ ਤੋਂ ਵੀ ਮੈਂ ਮਾਫੀ ਮੰਗਦਾ, ਕਿਉਂਕਿ ਮੈਂ ਤਾਂ ਜੋ ਗੁਰੂ ਕਹਿੰਦਾ ਦੱਸਣਾ ਪਏਗਾ। ਹੁਣ ਕਹਿੰਦੇ ਉਹ ਕਹਿਣ ਲੱਗੇ ਵੀ ਜਿਹਦੇ ਪਿੱਛੇ ਸਿੰਘ ਲੱਗਿਆ, ਜਿਹਦੇ ਪਿੱਛੇ ਕੌਰ ਲੱਗਿਆ, ਪੁੱਛਣ ਦੀ ਲੋੜ ਨਹੀਂ, ਤੁਹਾਨੂੰ ਆਪਣੇ ਆਪ ਪਤਾ ਲੱਗ ਜਾਣਾ ਕਿ ਇੱਕ ਸਿੱਖ ਧਰਮ ਨੂੰ ਬਿਲੋਂਗ ਕਰਦੇ ਨੇ, ਇਹ ਸਿੱਖ ਨੇ, ਇਹ ਪੰਜਾਬੀ ਨੇ। ਪਰ ਜੇ ਇਹ ਪਿੱਛੇ ਨਾ ਲੱਗਿਆ ਹੋਵੇ ਤੇ ਫਿਰ ਕੋਈ ਦੱਸ ਸਕਦਾ ਵੀ ਇਹ ਲੋਕ ਕੌਣ ਨੇ? ਹੁਣ ਤੇ ਕਈਆਂ ਨੇ ਮੂੰਹ ਤੋਂ ਮੁੱਛਾਂ ਕੱਟਦੀਆਂ, ਗੱਡੀਆਂ 'ਚ ਮੈਂ ਲਮਕਦੀਆਂ ਵੇਖੀਆਂ। ਇੱਕ ਦਿਨ ਇੱਥੇ ਗੱਡੀ ਖੜੀ ਤੇ ਉਹ ਮਾਊਂ ਜੇ ਲਮਕੇ ਹੋਏ ਆਏ ਜੇ। ਮੈਂ ਕਿਹਾ ਵੀ ਆਹ ਕੀ ਹੈ? ਮੈਨੂੰ ਕਿਹਾ ਆਹ ਕੀ ਲਮਕਦਾ? ਕਹਿੰਦਾ ਜੀ ਇਹ ਸੋਹਣੀਆਂ ਲੱਗਦੀਆਂ। ਮੈਂ ਤੇਰੇ ਮੂੰਹ ਤੇ ਨਹੀਂ ਸੋਹਣੀਆਂ ਲੱਗਦੀਆਂ ਵੀ ਤੂੰ ਇੱਥੇ ਲਾ ਲੀਆਂ ਕਿਉਂ? ਤੁਸੀਂ ਮੈਂ ਸਿੱਖੀ ਦਾ ਮਜ਼ਾਕ ਉਡਾਉਂਦੇ ਹੋ। ਖਿਮਾ ਕਰਿਓ ਉਹਨਾਂ ਨੌਜਵਾਨਾਂ ਤੋਂ, ਮੈਂ ਮਾਫੀ ਮੰਗਦਾ ਵੀ ਤੁਸੀਂ ਗੁੱਸਾ ਨਾ ਕਰਿਓ, ਕਿਉਂਕਿ ਇਹ ਗੁਰੂ ਦੀ ਗੱਲ ਹੈ। ਇਹ ਤਾਂ ਬੱਚੇ ਨੂੰ ਜੇ ਜਗਾਵਾਂਗੇ ਨਾ, ਸੁੱਤੇ ਨੂੰ, ਉਹ ਤਾਂ ਹੀ ਸਕੂਲ ਜਾਊਗਾ। ਜੇ ਉਹਨੂੰ ਥਾਪੜਾ ਦੇਵਾਂਗੇ ਨਾ ਤਾਂ ਉਹਨੇ ਹੋਰ ਸੌਂ ਜਾਣਾ। ਇੱਕ ਜਗਾਉਣ ਦਾ ਤਰੀਕਾ ਹੈ। ਤੁਹਾਡੇ ਪਿਤਾ ਨੇ, ਤੁਹਾਡੇ ਬਾਪੂ ਨੇ, ਦਾਦਿਆਂ ਨੇ ਤੇ ਕੇਸ ਰੱਖੀ ਹੋਏ ਹੈ ਨਾ, ਫਿਰ ਆਪਾਂ ਕਿਉਂ ਗੁੱਸਾ ਕਰੀਏ? ਖੈਰ ਬੇਨਤੀ ਜਿਹੜੀ ਕਰਨ ਲੱਗਾ, ਉਹ ਕਹਿੰਦੇ ਸਿੰਘ ਤੇ ਕੌਰ ਸਾਡੇ ਧਰਮ ਦੀ ਪਛਾਣ ਹੈ, ਪਰ ਕਹਿੰਦੇ ਜਿਹੜਾ ਫਸਟ ਨੇਮ ਹੈ ਉਹ ਸਾਡੇ ਸਰੀਰ ਦੀ ਪਛਾਣ ਹੈ, ਵੀ ਉਹ ਫਲਾਨਾ ਜਾ ਰਿਹਾ। ਤੇ ਉਹ ਜਿਹੜੀ ਗੋਰੀ ਸੀ ਨਾ, ਉਹ ਕਹਿੰਦੀ ਮਿਸਟਰ ਸਿੰਘ ਮੈਂ ਤੁਹਾਡੇ ਗੁਰੂ ਤੋਂ, ਤੁਹਾਡੇ ਪੀਰ ਪੈਗੰਬਰ ਤੋਂ ਮੈਂ ਕੁਰਬਾਨ ਜਾਨੀ, ਮੈਂ ਤੁਹਾਡੇ ਧਰਮ ਦਾ ਅਧਿਐਨ ਜ਼ਰੂਰ ਕਰਾਂਗੀ। ਜਿਸ ਗੁਰੂ ਨੇ ਤੁਹਾਨੂੰ ਇੰਨੀ ਵੱਡੀ ਦਾਤ ਦਿੱਤੀ, ਥਾਣੇਦਾਰ ਦਾ ਪੁੱਤ ਥਾਣੇਦਾਰ ਨਹੀਂ ਹੁੰਦਾ, ਉਹ ਥਾਣੇਦਾਰ ਦਾ ਮੁੰਡਾ ਹੋ ਸਕਦਾ ਹੈ, ਥਾਣੇਦਾਰ ਦਾ ਬੱਚਾ। ਸਿੱਖਾਂ ਦੇ ਘਰਾਂ ਦੇ ਵਿੱਚ ਜਨਮ ਲੈ ਕੇ ਅਸੀਂ ਸਿੱਖਾਂ ਦੇ ਬੱਚੇ ਜ਼ਰੂਰ ਹਾਂ, ਪਰ ਸਿੱਖ ਅਸੀਂ ਉਦੋਂ ਬਣਾਂਗੇ ਜਦੋਂ ਅਸੀਂ ਧਰਮ ਨੂੰ ਧਾਰਨ ਕਰਾਂਗੇ, ਜਦੋਂ ਗੁਰੂ ਦੀ ਗੱਲ ਮੰਨਾਂਗੇ, ਉਦੋਂ ਸਿੱਖ ਬਣਾਂਗੇ। ਇੱਥੇ ਸ਼ਰਾਬ ਪੀਣ ਵਾਲਾ ਕਹਿੰਦਾ ਅਸੀਂ ਵੀ ਸਿੱਖ ਹੀ ਹੁੰਨੇ ਆ ਜੀ। ਨਹੀਂ, ਤੁਸੀਂ ਸਿਰਫ ਸਿੱਖਾਂ ਦੇ ਘਰਾਂ ਵਿੱਚ ਜੰਮੇ ਹੋ। ਸਿੱਖ ਉਦੋਂ ਬਣਾਂਗੇ ਜਦੋਂ ਗੁਰੂ ਦੀ ਗੱਲ ਮੰਨਾਂਗੇ। ਕਿਉਂਕਿ ਜੇ ਵਿਸਾਖੀ ਦਾ ਦਿਹਾੜਾ ਮਨਾ ਰਹੇ ਫਿਰ ਕਕਾਰਾਂ ਦੀ, ਇਹ ਗੁਰਮਤਿ ਦੀ ਗੱਲ ਤਾਂ ਕਰਨੀ ਪਵੇਗੀ ਨਾ। ਪੀਜੇ ਬਰਗਰ ਤਾਂ ਬਾਹਰੋਂ ਜਿੰਨੇ ਮਰਜ਼ੀ ਖਾ ਲਓ, ਗੁਰੂ ਦੀ ਗੱਲ ਤੇ ਕਰਨੀ ਪਏਗੀ। ਜਿਹੜੀ ਮੈਂ ਬੇਨਤੀ ਕਰਨ ਲੱਗਾ ਸਾਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ,
ਰਹਿਮਤ ਕੀਤੀ ਤੇ ਉਹ ਜਿਹੜੀ ਗੋਰੀ ਸੀ ਨਾ, ਉਹ ਸਿੰਘ ਨੇ ਉਹਦੀ ਤਸੱਲੀ ਕਰਾ ਦਿੱਤੀ, ਕਿਉਂਕਿ ਗੁਰੂ ਸਾਹਿਬ ਜੀ ਨੇ, ਕਿਉਂਕਿ ਸਿੰਘ ਦੇ ਅਰਥ ਹੁੰਦੇ ਨੇ ਬੱਬਰ ਸ਼ੇਰ, ਤੇ ਬੱਬਰ ਸ਼ੇਰ ਤੋਂ ਗਾਂ ਕੋਈ ਜਾਨਵਰ ਹੈ ਜੀ ਦੁਨੀਆ 'ਚ? ਬੱਬਰ ਸ਼ੇਰ ਦਾ ਮੁਕਾਬਲਾ ਤਾਂ ਹਾਥੀ ਵੀ ਨਹੀਂ ਕਰ ਸਕਦਾ। ਤੇ ਕੌਰ ਦੇ ਅਰਥ ਨੇ ਸਹਿਜਾਦੀ। ਉਹ ਰੱਬ ਦੇ ਪਿਆਰਿਓ, ਗੁਰਸਿੱਖੋ, ਤੁਹਾਨੂੰ ਗੁਰੂ ਨੇ ਬਣਾਇਆ ਬੱਬਰ ਸ਼ੇਰ ਤੇ ਮੇਰੀਆਂ ਬੱਚੀਆਂ ਨੂੰ ਬਣਾਇਆ, ਬੱਚੀਆਂ ਨੂੰ ਸਹਿਜਾਦੀ। ਜੇ ਤੁਸੀਂ ਆਪਦੇ ਜੋ ਵੀ ਨਾਮ ਰੱਖੇ ਆ ਠੀਕ ਹੈ, ਪਰ ਜਿਹੜੀ ਤੁਹਾਡੀ ਆਉਣ ਵਾਲੀ ਨਸਲ ਹੈ ਨਾ, ਪੀੜ੍ਹੀ, ਤੇ ਕਿਰਪਾ ਕਰਿਓ ਉਹਨਾਂ ਦੇ ਨਾਮ ਦੇ ਨਾਲ ਕੌਰ ਤੇ ਸਿੰਘ ਹੀ ਲੱਗਿਆ ਰਹਿਣ ਦਿਓ, ਤਾਂ ਕਿ ਪਹਿਚਾਣ ਹੋ ਜੇ ਕਿ ਇਹ ਗੁਰੂ ਕੇ ਸਿੰਘ ਆ ਰਹੇ ਨੇ। ਪਾਤਸ਼ਾਹ ਜੀ ਕਿਰਪਾ ਕਰਨ, ਮਿਹਰ ਕਰਨ। ਹਜੂਰੀ ਰਾਗੀ ਜਥਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਭਾਈ ਸਾਹਿਬ ਲਖਵਿੰਦਰ ਸਿੰਘ ਜੀ ਉਹ ਪਹੁੰਚੇ ਨੇ। ਖੁੱਲ੍ਹਾ ਹੀ ਟਾਈਮ ਹੈ ਆਪਣੇ ਕੋਲ, ਐਤਵਾਰ ਹੀ ਹੈ, ਬਾਹਰ ਵੀ ਤੇ ਜਾ ਕੇ ਖੜੇ ਹੀ ਰਵਾਂਗੇ। ਜੇ ਮੈਂ 5 ਮਿੰਟ ਵੱਧ ਲਾ ਲਏ ਤੇ ਕੋਈ ਅੱਖਾਂ ਜੀਆਂ ਨਾ ਕੱਢੇ, ਵੀ ਹੁਣ ਅਟਦਾ ਹੀ ਨਹੀਂ ਹੈ। ਕੋਈ ਗੱਲ ਨਹੀਂ, ਜੇ ਗਾਉਣ ਵਾਲਾ ਲੱਗਿਆ ਹੋਵੇ ਫਿਰ ਵੀ 500 ਸਿੱਟਦੇ ਆਏ ਘੁਮਾ ਘੁਮਾ ਕੇ। ਨਾਲੇ ਉਹ ਸਾਡੇ ਸਾਰੇ ਧੀਆਂ ਭੈਣਾਂ ਦੇ ਕੋਕੇ ਤੇ ਕਾਂਟਿਆਂ ਦੀਆਂ ਗੱਲਾਂ ਕਰ ਜਾਂਦੇ ਆ। ਬੜਾ ਵਧੀਆ ਜੀ ਗਾਉਣ ਵਾਲਾ, ਕਮਾਲ ਹੀ ਕਰਤੀ। ਗਾ ਕੇ ਨਹੀਂ ਗਿਆ, ਤੁਹਾਨੂੰ ਗਾਲਾਂ ਕੱਢ ਕੇ ਗਿਆ। ਕਿਸੇ ਨੂੰ ਸਿੱਧੀ ਗਾਲ ਕੱਢ ਦਿਓ, ਉਹਨੇ ਗਾ ਕੇ ਕੱਢਤੀਆਂ, ਪਰ ਸਾਨੂੰ ਪਤਾ ਨਹੀਂ ਲੱਗਿਆ। ਇੱਥੇ ਗੁਰੂ ਦੀ ਗੱਲ ਕਰਦੇ ਆ ਤਾਂ ਉਦੋਂ ਵੀ ਆਪਾਂ ਕਈ ਦਫਾ ਤਰ੍ਹਾਂ ਤਰ੍ਹਾਂ ਦੇ ਸਾਡੇ ਮਨ ਵਿੱਚ ਖਿਆਲ ਹੁੰਦੇ ਨੇ, ਮੈਂ ਉਹ ਹੁਣ ਕਹਿਣੇ ਨਹੀਂ। ਪਰ ਪਾਤਸ਼ਾਹ ਕਹਿੰਦੇ ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ। ਆਖਣ ਨੂੰ ਤਾਂ ਹਰ ਕੋਈ ਕਹਿੰਦਾ ਆਨੰਦ ਆ ਗਿਆ। ਕੋਈ 2 ਦੀ ਜਗ੍ਹਾ ਸਬਜ਼ੀ ਸਵਾਦ ਹੋਵੇ, 5 ਰੋਟੀਆਂ ਖਾ ਕੇ ਕਹਿੰਦਾ ਆਨੰਦ ਆ ਗਿਆ। ਕੋਈ ਕਹਿੰਦਾ ਅਮਰੀਕਾ ਕੈਨੇਡਾ ਘੁੰਮ ਕੇ ਆਨੰਦ ਆ ਗਿਆ। ਪਰ ਗੁਰੂ ਨੂੰ ਤਾਂ ਪੁੱਛ ਰਹੀ ਵੀ ਆਨੰਦ ਕਹਿੰਦੇ ਕਿਹਨੂੰ ਨੇ? ਆਨੰਦ ਆਨੰਦ ਸਭ ਕੋ ਕਹੇ, ਸਭ ਇੱਕ ਦੂਜੇ ਨੂੰ ਕਹਿੰਦੇ ਆਨੰਦ ਆ ਗਿਆ। ਨਹੀਂ, ਜਿਹੜੇ ਇੱਥੇ ਬੈਠੇ ਉਹ ਇੰਡੀਆ ਨੂੰ ਝਾਕੀ ਜਾਂਦੇ ਵੀ ਕਦੋਂ ਜਾਣਾ, ਕਰੋਨਾ ਹਟੇ ਤੇ ਜਾਈਏ। ਮੈਂ ਵੀ ਇਹੀ ਸੋਚਦਾ। ਜਿਹੜੇ ਉੱਥੇ ਬੈਠੇ ਆ ਉਹ ਕਹਿੰਦੇ ਵੀ ਕੈਨੇਡਾ ਕਦੋਂ ਜਾਣਾ, ਅਮਰੀਕਾ ਕਦੋਂ ਜਾਣਾ। ਜਿਹੜਾ ਇੱਥੇ ਆ ਉਹਨੂੰ ਵੀ ਕੋਈ ਆਨੰਦ ਨਹੀਂ, ਜਿਹੜਾ ਉੱਥੇ ਉਹਨੂੰ ਵੀ ਕੋਈ ਆਨੰਦ ਨਹੀਂ। ਉਹ ਸੋਚਦਾ ਅਮਰੀਕਾ 'ਚ ਆਨੰਦ ਹੋਣਾ, ਮੈਂ ਸੋਚਦਾ ਇੰਡੀਆ 'ਚ ਆਨੰਦ ਹੋਣਾ। ਪਾਤਸ਼ਾਹ ਕਹਿੰਦੇ ਕਿਤੇ ਨਹੀਂ, ਕਹਿੰਦੇ ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਗੁਰੂ ਦੇ ਰਾਹੀਂ ਤੁਸੀਂ ਆਨੰਦ ਨੂੰ ਜਾਣ ਸਕੋਗੇ, ਸਮਝ ਸਕੋਗੇ। ਰਹਿੰਦੀ ਵਿਚਾਰ ਆਪਾਂ ਅਗਲੇ ਦੀਵਾਨਾਂ ਵਿੱਚ ਕਰਾਂਗੇ। ਪਾਤਸ਼ਾਹ ਜੀ ਕਿਰਪਾ ਕਰਨ, ਮਿਹਰ ਕਰਨ। ਬੜੇ ਅਦਬ ਸਤਿਕਾਰ ਦੇ ਨਾਲ, ਇਕਾਗਰਤਾ ਬਣਾ ਕੇ ਤੁਸੀਂ ਗੁਰਮਤਿ ਵਿਚਾਰਾਂ ਨਾਲ ਸਾਂਝ ਪਾਈ। ਭੁੱਲ ਚੁੱਕ ਦੀ क्षमा ਬਖਸ਼ੋ, ਸੀਸ ਬਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵਰ ਨਾ ਸੂਝੈ ਦੂਜੀ ਠਾਰ, ਹਾਰ ਭਰਿਓ ਤੋ ਦਵਾਰੀ। ਲੇਖਾ ਛੋੜ ਅਲੇਖੈ ਛੁਟੇ, ਹਮ ਨਿਰਗੁਣ ਲੇਹੋ ਵਬਾਰੀ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ।